ਸਤਿਕਾਰਯੋਗ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਬੁੱਧਵਾਰ ਵਾਲੀ ਇਸ ਕਲਾਸ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਸਮਝਣ ਦਾ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ। ਅੱਜ ਤੱਕ ਪਿੱਛੇ ਆਪਾਂ 13 ਅਸ਼ਟਪਦੀਆਂ ਸਮਝ ਚੁੱਕੇ ਹਾਂ ਜਾਂ ਉਹਨਾਂ ਨੂੰ ਵਿਚਾਰ ਲਿਆ ਹੈ। ਅੱਜ ਆਪਾਂ ਅਸ਼ਟਪਦੀ ਨੰਬਰ 14 ਪ੍ਰਾਰੰਭ ਕਰਨਾ ਹੈ ਤੇ ਅਸ਼ਟਪਦੀ 14 ਦਾ ਆਪਾਂ ਅੱਜ ਇੱਕ ਸ਼ਲੋਕ ਜੋ ਸਭ ਤੋਂ ਪਹਿਲਾਂ ਹਰ ਅਸ਼ਟਪਦੀ ਦੇ ਆਰੰਭ ਵਿੱਚ ਆਉਂਦਾ ਹੈ ਉਹ ਕਰਾਂਗੇ ਤੇ ਫਿਰ ਇਸ ਅਸ਼ਟਪਦੀ ਦਾ ਬੰਦ ਨੰਬਰ 1 ਅਤੇ ਬੰਦ ਨੰਬਰ 2 ਇਹ ਦੋਵੇਂ ਕਰਾਂਗੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 281 ਉੱਤੇ ਦਰਜ ਹਨ। ਸੋ ਸਭ ਤੋਂ ਪਹਿਲਾਂ ਆਪ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਆਖਦਾ ਹਾਂ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਗੁਰੂ ਮਹਾਰਾਜ ਦੀ ਬਾਣੀ ਸਮਝਣ ਲਈ, ਪੜ੍ਹਨ ਲਈ, ਉਸ 'ਤੇ ਵਿਚਾਰ ਕਰਨ ਲਈ ਇਸ ਮੀਡੀਆ ਦੀ ਰਾਹੀਂ ਇਕੱਠੇ ਹੁੰਦੇ ਹੋ। ਸੋ ਇਸ ਅਸ਼ਟਪਦੀ ਦਾ ਜੋ ਸ਼ਲੋਕ ਹੈ ਉਹਦੇ ਵਿੱਚ ਗੁਰੂ ਮਹਾਰਾਜ ਜੀ ਨੇ ਬਚਨ ਲਿਖੇ ਨੇ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਤੇ ਆਪਾਂ ਪਿੱਛੇ ਸਮਝ ਹੀ ਲਿਆ ਹੈ ਕਿ ਸਾਰੀ ਅਸ਼ਟਪਦੀ ਵਿੱਚ ਜੋ ਵਿਚਾਰ ਗੁਰੂ ਮਹਾਰਾਜ ਜੀ ਨੇ ਦੇਣੇ ਹੁੰਦੇ ਨੇ ਉਸ ਦਾ ਜਿਵੇਂ ਸਾਰੰਸ਼ ਆਖ ਲਈਏ, ਨਿਚੋੜ ਆਖ ਲਈਏ, ਉਹ ਸ਼ਲੋਕ ਵਿੱਚ ਹੁੰਦਾ ਹੈ। ਜਾਂ ਆਪਾਂ ਇਹਨੂੰ ਦੂਜੀ ਤਰ੍ਹਾਂ ਆਖ ਸਕਦੇ ਹਾਂ ਕਿ ਜੋ ਕੁਝ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਲਿਖਿਆ ਹੈ ਉਸ ਨੂੰ ਅੱਗੇ ਅਸ਼ਟਪਦੀ ਪੂਰੀ ਵਿੱਚ ਉਹਦਾ ਵਿਸਥਾਰ ਕੀਤਾ ਜਾਂਦਾ ਹੈ। ਸੋ ਤਜੋ ਸਿਆਣਪ ਸੁਰਜਨੋ, ਸੁਰ ਮੈਨੇ ਹੁੰਦਾ ਦੇਵਤੇ ਜਾਂ ਦੇਵਤਾ, ਜਨੋ ਇਹ ਜਨ ਤੋਂ ਬਹੁ ਵਚਨ ਸ਼ਬਦ ਏ। ਜਨ ਹੁੰਦਾ ਰੱਬ ਦਾ ਪਿਆਰਾ ਭਗਤ, ਜਨੋ ਮੈਨੇ ਇਹ ਉਹਦਾ ਜਨ ਦਾ ਬਹੁ ਵਚਨ ਹੋ ਗਿਆ। ਗੁਰੂ ਜੀ ਆਖਦੇ ਨੇ ਕਿ ਐ ਦੇਵ ਪੁਰਸ਼ੋ ਆਪਣੀ ਸਿਆਣਪ ਛੱਡ ਦਿਓ। ਯਾਨੀ ਭਗਤੀ ਦੇ ਰਾਹ ਦੀ ਗੱਲ ਗੁਰੂ ਜੀ ਕਰਦੇ ਨੇ, ਪਰਮਾਰਥ ਦੀ ਗੱਲ ਕਰਦੇ ਨੇ। ਤੇ ਜਿਹੜਾ ਪਰਮਾਰਥ ਦਾ ਰਸਤਾ ਹੈ ਇਹ ਆਪਣੀਆਂ ਸਿਆਣਪਾਂ ਦਾ ਰਸਤਾ ਨਹੀਂ। ਇਸ ਰਸਤੇ 'ਤੇ ਚੱਲਣ ਲਈ ਸਾਨੂੰ ਸਿਰਫ ਤੇ ਸਿਰਫ ਗੁਰੂ ਦੇ ਹੁਕਮ ਨੂੰ ਮੰਨਣ ਦੀ ਜ਼ਰੂਰਤ ਹੁੰਦੀ ਹੈ। ਜੇ ਆਪਾਂ ਗੁਰੂ ਜੀ ਦਾ ਹੁਕਮ ਮੰਨੀਏ, ਆਪਣੀਆਂ ਚਤੁਰਾਈਆਂ ਚਲਾਕੀਆਂ ਦਾ ਤਿਆਗ ਕਰ ਦਈਏ ਤੇ ਆਪਾਂ ਇਸ ਮਾਰਗ 'ਤੇ ਸਹਿਜੇ ਹੀ ਅੱਗੇ ਵੱਧ ਸਕਦੇ ਹਾਂ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਆਪਣੀਆਂ ਸਿਆਣਪਾਂ, ਆਪਣੀਆਂ ਚਤੁਰਾਈਆਂ ਚਲਾਕੀਆਂ ਉਹਨਾਂ ਨੂੰ ਛੱਡ ਦਿਓ, ਉਹਨਾਂ ਦਾ ਤਿਆਗ ਕਰ ਦਿਓ ਤੇ ਫਿਰ ਕਰੋ ਕੀ? ਸਿਮਰੋ ਹਰ ਹਰ ਰਾਏ। ਹਰ ਹਰ ਰਾਏ ਦਾ ਮਤਲਬ ਹੈ ਪਰਮਾਤਮਾ। ਉਸ ਵਾਹਿਗੁਰੂ ਜੀ ਨੂੰ ਸਿਮਰੋ ਜੋ ਸਭ ਰਾਜਿਆਂ ਦਾ ਰਾਜਾ ਹੈ। ਰਾਏ ਦਾ ਮਤਲਬ ਰਾਜਾ ਵੀ ਹੁੰਦਾ ਹੈ। ਜੋ ਸਭ ਰਾਜਿਆਂ ਦਾ ਰਾਜਾ ਮਹਾਰਾਜਾ ਹੈ, ਤੁਸੀਂ ਉਸ ਨੂੰ ਸਿਮਰਿਆ ਕਰੋ। ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਿਆਣਪਾਂ ਛੱਡ ਕੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੋ ਤੇ ਉਸ ਵਾਹਿਗੁਰੂ ਜੀ ਤੇ ਉਸ ਪਰਮਾਤਮਾ ਦੇ ਉੱਤੇ ਆਸ ਰੱਖੋ।
ਕਿ ਸਾਡੀ ਇਸ ਕੀਤੀ ਹੋਈ ਘਾਲਣਾ ਨੂੰ, ਵਾਹਿਗੁਰੂ ਜੀ ਦੇ ਨਾਮ ਸਿਮਰਨ ਵਾਲੀ ਘਾਲਣਾ ਨੂੰ ਵਾਹਿਗੁਰੂ ਜੀ ਜ਼ਰੂਰ ਪ੍ਰਵਾਨ ਕਰਨਗੇ ਤੇ ਅਸੀਂ ਆਪਣੀ ਮੰਜ਼ਿਲ ਤੇ ਉਹਦੀ ਕਿਰਪਾ ਦੁਆਰਾ ਪਹੁੰਚ ਜਾਵਾਂਗੇ। ਇਸ ਤਰ੍ਹਾਂ ਕਰਨ ਦੇ ਨਾਲ ਗੁਰੂ ਜੀ ਆਖਦੇ ਨੇ ਦੁੱਖ ਭਰਮ ਭਉ ਜਾਏ। ਸੋ ਆਪਾਂ ਇਹ ਸ਼ਬਦ ਜਿਹੜਾ ਸਿਆਣਪ ਇਹਦੇ ਤੇ ਦੁੱਖ ਭਰਮ ਤੇ ਭਉ, ਇਹਨਾਂ ਤੇ ਥੋੜ੍ਹੀ ਜਿਹੀ ਵਿਚਾਰ ਕਰਕੇ ਫਿਰ ਅੱਗੇ ਬੰਦ ਨੰਬਰ 1 ਸ਼ੁਰੂ ਕਰਾਂਗੇ। ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਨੇ ਸੱਸਾ ਸਿਆਣਪ ਛਾੜ ਏ ਆਨਾ। ਇਹ ਜਿਹੜੀ 52 ਅੱਖਰੀ ਉਹਦੇ ਵਿੱਚ ਅੱਖਰਾਂ ਨੂੰ ਲੈ ਕੇ ਉਹਦੇ ਉੱਤੇ ਸਾਨੂੰ ਉਪਦੇਸ਼ ਦਿੱਤਾ ਹੋਇਆ ਗੁਰੂ ਜੀ ਨੇ, ਤੇ ਸੱਸੇ ਅੱਖਰ ਦੇ ਸਿਰਲੇਖ ਹੇਠਾਂ ਜਿਹੜਾ ਉਹਨਾਂ ਨੇ ਸਾਨੂੰ ਉਪਦੇਸ਼ ਬਖਸ਼ਿਆ, ਉਹਦੇ ਵਿੱਚ ਆਖਿਆ ਕਿ ਸਿਆਣਪ ਛਾੜ ਏ ਆਣਾ। ਇਹ ਆਣੇ ਪੁਰਸ਼, ਅਣਜਾਣ ਪੁਰਸ਼ ਆਪਣੀਆਂ ਸਿਆਣਪਾਂ ਛੱਡ ਦੇ। ਹਿਕਮਤ ਹੁਕਮ ਨਾ ਪ੍ਰਭ ਪਤੀ ਆਨਾ। ਹਿਕਮਤ ਦਾ ਮਤਲਬ ਹੁੰਦਾ ਹੈ ਹਿੱਕ ਦੀ ਮੱਤ, ਯਾਨੀ ਆਪਣੀਆਂ ਚਲਾਕੀਆਂ, ਤੇ ਹੁਕਮ ਕਰਨ ਦੇ ਨਾਲ ਜੇ ਅਸੀਂ ਆਪਣੀਆਂ ਚਲਾਕੀਆਂ ਕਰੀਏ, ਰੱਬ ਨੂੰ ਹੁਕਮ ਕਰੀਏ ਵੀ ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਕਰ, ਨਾ ਪ੍ਰਭ ਪਤੀ ਆਨਾ, ਇਸ ਤਰ੍ਹਾਂ ਪ੍ਰਭੂ ਪਤੀਜਦਾ ਨਹੀਂ, ਸਾਡੇ ਤੇ ਵਿਸ਼ਵਾਸ ਨਹੀਂ ਲਿਆਉਂਦਾ। ਸਹਿਸ ਭਾਂਤ ਕਰਹਿ ਚਤੁਰਾਈ। ਤੂੰ ਹਜ਼ਾਰਾਂ ਤਰੀਕਿਆਂ ਨਾਲ ਭਾਵੇਂ ਚਤੁਰਾਈਆਂ ਕਰ, ਸੰਗ ਤੁਹਾਰੈ ਏਕ ਨਾ ਜਾਈ। ਇਸ ਪਰਮਾਰਥ ਦੇ ਰਸਤੇ ਤੇ ਕਿਸੇ ਇੱਕ ਸਿਆਣਪ ਨੇ ਵੀ ਤੇਰੇ ਕੰਮ ਨਹੀਂ ਆਉਣਾ। ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਰੋਜ਼ ਹੀ ਤਕਰੀਬਨ, ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ। ਮਨੁੱਖ ਦੇ ਵਿੱਚ ਹਜ਼ਾਰਾਂ ਨਹੀਂ ਸਗੋਂ ਲੱਖਾਂ ਹੀ ਸਿਆਣਪਾਂ ਤੇ ਚਤੁਰਾਈਆਂ ਹੋਣ, ਉਹ ਦੁਨਿਆਵੀ ਤੌਰ ਤੇ ਕੰਮ ਆ ਸਕਦੀਆਂ ਨੇ। ਦੁਨਿਆਵੀ ਤੌਰ ਤੇ ਭੋਲੇ ਭਾਲੇ ਲੋਕਾਂ ਨੂੰ ਲੋਕ ਇਹਨਾਂ ਆਪਣੀਆਂ ਚਤੁਰਾਈਆਂ ਦੇ ਨਾਲ ਮੂਰਖ ਬਣਾ ਲੈਂਦੇ ਨੇ, ਲੇਕਿਨ ਰੱਬ ਨੂੰ ਨਹੀਂ ਬਣਾਇਆ ਜਾ ਸਕਦਾ। ਸੋ ਇਸ ਲਈ ਗੁਰੂ ਜੀ ਨੇ ਆਖਿਆ ਵੀ ਇਹ ਜਿਹੜੀਆਂ ਸਿਆਣਪਾਂ ਨੇ ਇਹਨਾਂ ਦਾ ਤਿਆਗ ਕਰੋ, ਇਸ ਮਾਰਗ ਤੇ ਕੇਵਲ ਗੁਰੂ ਦੇ ਹੁਕਮ ਮੁਤਾਬਕ ਇਸ ਪਰਮਾਰਥ ਦੇ ਰਾਹ ਤੇ ਅੱਗੇ ਵਧੋ, ਤੇ ਅੱਗੇ ਵਧਣਾ ਸਿਮਰੋ ਹਰ ਹਰ ਰਾਏ। ਉਸ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨਾ ਹੈ। ਥੋੜ੍ਹੀ ਜਿਹੀ ਵਿਚਾਰ ਆਪਾਂ ਇਹ 3 ਸ਼ਬਦ ਨੇ ਦੁੱਖ ਭਰਮ ਅਤੇ ਭਉ, ਇਹਨਾਂ ਤੇ ਕਰ ਲਈਏ, ਫਿਰ ਆਪਾਂ ਸਾਰੀ ਅਸ਼ਟਪਦੀ ਨੂੰ ਸਮਝਣਾ ਹੈ ਤੇ ਆਪਣੇ ਸਹਿਜ ਨਾਲ ਹੀ ਅਗਲੇ ਸਾਰੇ ਬਚਨ ਗੁਰੂ ਮਹਾਰਾਜ ਦੇ ਸਮਝ ਆਉਂਦੇ ਜਾਣਗੇ। ਫਿਰ ਦੁੱਖ ਤੇ ਭਰਮ ਤੇ ਭਉ ਇੱਥੇ ਇੱਕ ਵਚਨ ਦੇ ਰੂਪ ਵਿੱਚ ਨੇ ਤਿੰਨੇ ਸ਼ਬਦ। ਸੋ ਇਹਨਾਂ ਨੂੰ ਦੁੱਖਾਂ ਭਰਮਾਂ ਤੇ ਡਰਾਂ ਦੀ ਤਰ੍ਹਾਂ ਇਹਦੀ ਵਿਆਖਿਆ ਨਹੀਂ ਹੋ ਸਕਦੀ। ਇੱਥੇ ਇੱਕ ਦੁੱਖ ਦੀ ਗੱਲ ਏ, ਤੇ ਸਭ ਤੋਂ ਵੱਡਾ ਦੁੱਖ ਸਾਨੂੰ ਜਿਹੜਾ ਮਨੁੱਖਤਾ ਨੂੰ ਲੱਗਾ ਹੈ ਉਹ ਇਹ ਹਉਮੈ ਵਾਲਾ ਰੋਗ। ਹਉਮੈ ਦੀਰਘ ਰੋਗ ਹੈ, ਇਹ ਸਭ ਤੋਂ ਵੱਡਾ ਰੋਗ ਹੈ ਸਾਨੂੰ ਜਿਹੜਾ ਹਉਮੈ ਦਾ ਲੱਗਿਆ ਹੋਇਆ। ਇਸ ਹਉਮੈ ਦੀ ਨਿਵਰਤੀ ਹੋ ਜਾਏਗੀ ਜੇਕਰ ਅਸੀਂ ਆਪਣੀਆਂ ਸਿਆਣਪਾਂ ਨੂੰ ਛੱਡ ਦਈਏ, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰੀਏ, ਤੇ ਇੱਕ ਪ੍ਰਭੂ ਉੱਤੇ ਆਪਣੀ ਆਸ ਲੈ ਆਈਏ ਕਿ ਉਹ ਹੀ ਕਰਨ ਕਾਰਨ ਨੂੰ ਸਮਰੱਥ ਹੈ। ਮੇਰੀ ਜ਼ਿੰਦਗੀ ਦਾ, ਮੇਰੇ ਜੀਵਨ ਦਾ ਆਸਰਾ ਤੇ ਸਹਾਰਾ ਉਹ ਹੀ ਏ, ਉਹ ਹੀ ਮੇਰੇ ਇਸ ਹਉਮੈ ਰੂਪ ਦੁੱਖ ਨੂੰ ਦੂਰ ਕਰਨ ਵਾਲਾ ਏ। ਭਰਮ ਦਾ ਮਤਲਬ ਹੁੰਦਾ ਹੈ ਜੀ ਭੁਲੇਖਾ। ਆ ਜਿਹੜਾ ਸੰਸਾਰ ਹੈ ਨਾ, ਇਹ ਸਾਨੂੰ ਇੱਕ ਭੁਲੇਖਾ ਪੈ ਗਿਆ ਹੈ, ਤੇ ਸਾਨੂੰ ਇਹ ਸੰਸਾਰ ਬਿਲਕੁਲ ਸੱਚਾ ਭਾਸਦਾ ਹੈ ਕਿ ਇਹ ਸਭ ਜੋ ਅਸੀਂ ਵੇਖ ਰਹੇ ਹਾਂ, ਜੋ ਅਸੀਂ ਕਰ ਰਹੇ ਹਾਂ, ਜੋ ਹੋ ਰਿਹਾ ਹੈ, ਇਹ ਸਭ ਠੀਕ ਹੈ, ਸੱਚਾਈ ਸਾਨੂੰ ਨਜ਼ਰ ਆ ਰਹੀ ਹੈ। ਸੋ ਇਹ ਸਾਡਾ ਇੱਕ ਭਰਮ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਖਿਆ ਸੀ, ਜਿਉਂ ਸੁਪਨਾ ਅਰ ਪੇਖਣਾ
ਐਸੇ ਜਗ ਕੋ ਜਾਨ। ਸੰਸਾਰ ਨੂੰ ਇਸ ਤਰ੍ਹਾਂ ਸਮਝ ਜਿਵੇਂ ਇੱਕ ਸੁਪਨਾ ਹੁੰਦਾ ਹੈ, ਜਾਂ ਜਿਵੇਂ ਇੱਕ ਨਾਟਕ ਹੁੰਦਾ, ਇੱਕ ਡਰਾਮਾ ਹੁੰਦਾ ਹੈ। ਸੋ ਇਹ ਜਿਹੜਾ ਭਰਮ ਹੈ ਸਾਡੇ ਮਨ ਵਿੱਚ ਕਿ ਇਹ ਸਭ ਸੱਚਾਈ ਹੈ ਜੋ ਅਸੀਂ ਵੇਖ ਰਹੇ ਹਾਂ, ਤਾਂ ਹੀ ਅਸੀਂ ਦੁਖੀ ਹੁੰਦੇ ਹਾਂ। ਕਿਉਂਕਿ ਇਸ ਸੁਪਨੇ ਦੇ ਅੰਦਰ ਸਾਨੂੰ ਬਹੁਤ ਸਾਰੇ ਜੀਵ ਮਿਲਣਗੇ ਵੀ ਤੇ ਬਹੁਤ ਸਾਰੇ ਸਾਡੇ ਨਾਲੋਂ ਵਿਛੜਨਗੇ ਵੀ। ਅਸੀਂ ਸੁਪਨੇ ਵਿੱਚ ਇੱਕ ਆਪਣਾ ਘਰ ਬਣਾਇਆ ਹੋਇਆ ਹੈ। ਉਸ ਸਾਡੇ ਘਰ ਵਿੱਚ ਅਸੀਂ ਗ੍ਰਸਤੀ ਹਾਂ। ਸਾਡੇ ਘਰ 'ਚ ਬੱਚਿਆਂ ਨੇ ਜਨਮ ਵੀ ਲੈਣੇ ਨੇ, ਤੇ ਸਾਡੇ ਗ੍ਰਸਤੀਆਂ ਦੇ ਘਰਾਂ ਵਿੱਚ ਮੌਤ ਨੇ ਵੀ ਕਦੀ ਨਾ ਕਦੀ ਦਸਤਕ ਜ਼ਰੂਰ ਦੇਣਾ ਹੀ ਹੁੰਦਾ ਹੈ। ਉਹ ਵੀ ਆ ਜਾਂਦੀ ਹੈ ਫੇਰਾ ਮਾਰਨ ਕਦੀ। ਉਦੋਂ ਅਸੀਂ ਦੁਖੀ ਹੁੰਨੇ ਆ, ਜਦੋਂ ਬੱਚੇ ਪੈਦਾ ਹੁੰਦੇ ਨੇ ਉਦੋਂ ਅਸੀਂ ਖੁਸ਼ ਹੁੰਨੇ ਆ। ਇਹ ਇੱਕ ਭਰਮ ਹੈ ਜੀ। ਸੋ ਜਿਨ੍ਹਾਂ ਮਨੁੱਖਾਂ ਦਾ ਇਹ ਭਰਮ ਨਿਕਲ ਜਾਂਦਾ ਹੈ ਪਰਮਾਰਥ ਦੇ ਰਾਹ 'ਤੇ ਚੱਲਦਿਆਂ, ਉਹ ਫਿਰ ਆਪਣੇ ਜੀਵਨ ਵਿੱਚ ਕੁਝ ਪ੍ਰਾਪਤ ਹੋਵੇ ਤੇ ਉਸ ਪ੍ਰਾਪਤੀ ਨੂੰ ਵੀ ਇਸ ਤਰ੍ਹਾਂ ਹੀ ਉਹ ਸਮਝਦੇ ਨੇ ਜਿਵੇਂ ਸਾਨੂੰ ਸੁਪਨੇ 'ਚ ਕੁਝ ਮਿਲਿਆ ਹੋਵੇ। ਤੇ ਜੇ ਕੁਝ ਕੋਲੋਂ ਚਲਾ ਗਿਆ ਹੈ, ਉਸ ਨੂੰ ਵੀ ਉਹ ਉਸੇ ਤਰ੍ਹਾਂ ਹੀ ਸਮਝਦੇ ਨੇ ਕਿ ਸੁਪਨੇ ਵਿੱਚ ਮੇਰਾ ਸਭ ਕੁਝ ਤਬਾਹ ਹੋ ਗਿਆ, ਲੇਕਿਨ ਅਸਲੀਅਤ ਵਿੱਚ ਕੁਝ ਵੀ ਨਹੀਂ ਹੋਇਆ। ਇਹ ਸਭ ਕੁਝ ਸੁਪਨੇ ਵਿੱਚ ਹੋਇਆ। ਮੈਨੂੰ ਪ੍ਰਾਪਤ ਵੀ ਜੋ ਕੁਝ ਹੋਇਆ ਸੁਪਨਾ ਹੈ, ਤੇ ਜੋ ਕੁਝ ਮੇਰੇ ਕੋਲੋਂ ਚਲਾ ਗਿਆ ਇਹ ਵੀ ਇੱਕ ਸੁਪਨਾ ਹੈ। ਇਸ ਲਈ ਉਹ ਮਨੁੱਖ ਦੁਖੀ ਨਹੀਂ ਹੁੰਦਾ। ਉਸ ਦਾ ਇਹ ਸਾਰਾ ਦੁੱਖ ਜਿਹੜਾ ਭਰਮ ਵਾਲਾ, ਇਹ ਸੰਸਾਰ ਨੂੰ ਸੱਚ ਕਰਕੇ ਜਾਣਨ ਵਾਲਾ, ਇਹ ਉਸ ਦਾ ਭਰਮ ਦੂਰ ਹੋ ਜਾਂਦਾ ਹੈ। ਤੇ ਭਉ ਦਾ ਮਤਲਬ ਹੈ ਜੀ ਡਰ, ਜਿਸ ਨੂੰ ਸੰਸਕ੍ਰਿਤ ਵਿੱਚ ਭੈ ਆਖਦੇ ਨੇ, ਗੁਰਮੁਖੀ ਵਿੱਚ ਇਹ ਭਉ ਬਣ ਜਾਂਦਾ ਹੈ। ਤੇ ਭਉ ਦਾ ਮਤਲਬ ਹੈ ਡਰ। ਸਾਨੂੰ ਸਭਨਾਂ ਜੀਆਂ ਨੂੰ, ਜਿੰਨੇ ਵੀ ਅਸੀਂ ਸੰਸਾਰ ਵਿੱਚ ਪੈਦਾ ਹੋਏ ਹਾਂ, ਪਸ਼ੂ ਪੰਛੀ ਮਨੁੱਖ ਜਾਤੀ ਵਿੱਚ, ਸਭ ਜੀਵਾਂ ਨੂੰ ਇੱਕੋ ਹੀ ਡਰ ਹੈ, ਤੇ ਉਹ ਡਰ ਹੈ ਮਰਨ ਦਾ, ਉਹ ਡਰ ਹੈ ਮੌਤ ਦਾ। ਗੁਰੂ ਸਾਹਿਬ ਆਖਦੇ ਨੇ ਕਿ ਇਹ ਤੇਰਾ ਜਿਹੜਾ ਮਰਨ ਦਾ ਡਰ ਹੈ ਨਾ, ਇਹ ਵੀ ਚਲਾ ਜਾਏਗਾ, ਕਿਉਂਕਿ ਤੈਨੂੰ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਕੇ ਇਹ ਸਮਝ ਆ ਜਾਏਗੀ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਨਾ ਕੁਛ ਇੱਥੇ ਕੋਈ ਜਨਮ ਲੈ ਰਿਹਾ, ਨਾ ਕੋਈ ਇੱਥੋਂ ਮਰ ਰਿਹਾ ਹੈ। ਇਹ ਉਸ ਵਾਹਿਗੁਰੂ ਜੀ ਦਾ ਇੱਕ ਕੌਤਕ ਵਾਪਰਦਾ ਪਿਆ ਇਸ ਸੰਸਾਰ ਪੂਰੇ ਬ੍ਰਹਿਮੰਡ ਦੇ ਅੰਦਰ। ਉਸ ਬੰਦੇ ਨੂੰ ਇਹ ਸਮਝ ਆ ਜਾਂਦੀ ਹੈ ਕਿ ਇਹ ਰੱਬ ਦਾ ਇੱਕ ਕੌਤਕ ਹੈ, ਨਾ ਜਨਮ ਹੁੰਦਾ ਹੈ ਤੇ ਨਾ ਮਰਨ ਹੁੰਦਾ ਹੈ। ਜਨਮ ਤੇ ਮਰਨ ਕੇਵਲ ਸਰੀਰ ਦਾ ਹੁੰਦਾ ਹੈ। ਜੋ ਅਸੀਂ ਹਾਂ, ਜੋ ਆਪਾਂ ਹਾਂ, ਜੋ ਆਪਣਾ ਆਪਾ ਹੈ, ਉਹਦਾ ਨਾ ਕਦੀ ਜਨਮ ਹੁੰਦਾ ਤੇ ਨਾ ਉਹਦਾ ਕਦੀ ਮਰਨ ਹੁੰਦਾ ਹੈ। ਸੋ ਉਸ ਬੰਦੇ ਨੂੰ ਇਹ ਗੱਲ ਸਮਝ ਆ ਜਾਂਦੀ ਹੈ, ਜਿਹੜਾ ਆਪਣੀਆਂ ਸਿਆਣਪਾਂ, ਚਤੁਰਾਈਆਂ, ਚਲਾਕੀਆਂ ਨੂੰ ਛੱਡ ਕੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦਾ ਏ ਤੇ ਵਾਹਿਗੁਰੂ ਜੀ ਦੇ ਉੱਤੇ ਆਸ ਰੱਖਦਾ ਹੈ। ਉਸ ਦੇ ਅੰਦਰੋਂ ਆ ਤਿੰਨ ਜਿਹੜੇ ਵਿਕਾਰ ਨੇ, ਦੁੱਖ, ਭਰਮ ਤੇ ਭਉ, ਇਹ ਚਲੇ ਜਾਂਦੇ ਨੇ। ਸੋ ਹੁਣ ਅੱਗੇ ਗੁਰੂ ਜੀ ਨੇ ਸਾਰੀ ਅਸ਼ਟਪਦੀ ਦੇ ਵਿੱਚ ਇਹਨਾਂ ਹੀ ਚੀਜ਼ਾਂ ਦੀ ਵਿਆਖਿਆ ਕਰਨੀ ਹੈ। ਸੋ ਆਪਾਂ ਉਸ ਵਿਆਖਿਆ ਨੂੰ ਪਿਆਰ ਨਾਲ ਗੁਰੂ ਮਹਾਰਾਜ ਜੀ ਪਾਸੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬੰਦ ਨੰਬਰ 1 ਉਹਦੇ ਵਿੱਚ ਆਖਦੇ ਨੇ, ਉਹਦੀਆਂ ਪਹਿਲੀਆਂ 2 ਪੰਕਤੀਆਂ ਨੇ। ਹੁਣ ਉੱਤੇ ਆਖਿਆ ਸੀ ਕਿ ਏਕ ਆਸ ਹਰ ਮਨ ਰੱਖੋ। ਇੱਥੇ ਆਖਿਆ ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਟੇਕ ਮੈਨੇ ਆਸਰਾ ਏ, ਟੇਕ ਮੈਨੇ ਆਸ ਏ, ਟੇਕ ਮੈਨੇ ਸਹਾਰਾ ਏ। ਅਸੀਂ ਕਿਸੇ ਬੰਦੇ ਦੇ ਸਹਾਰੇ ਤੇ ਜੀਵਨ ਜਿਉਂਦੇ ਹਾਂ, ਰੱਬ ਦੇ ਸਹਾਰੇ ਤੇ ਨਹੀਂ। ਜਦੋਂ ਅਸੀਂ ਬਚਪਨੇ 'ਚ ਹੁੰਦੇ ਹਾਂ, ਉਦੋਂ ਅਸੀਂ ਮਾਤਾ ਪਿਤਾ ਦੇ ਆਸਰੇ ਜਿਉਂਦੇ ਹਾਂ। ਵੱਡੇ ਹੁੰਦੇ ਹਾਂ, ਫਿਰ ਅਸੀਂ ਆਪਣੇ ਕੰਮ ਧੰਦੇ ਦੇ ਆਸਰੇ ਆਪਣਾ ਜੀਵਨ ਨਿਰਬਾਹ ਕਰਦੇ ਹਾਂ। ਸਾਨੂੰ ਰਾਜਨੀਤਿਕ ਲੋਕਾਂ ਦਾ ਆਸਰਾ ਹੁੰਦਾ ਹੈ, ਸਾਨੂੰ ਆਪਣੇ ਬਜ਼ੁਰਗਾਂ ਦਾ ਸਹਾਰਾ ਹੁੰਦਾ ਹੈ, ਸਾਨੂੰ ਆਪਣੀ ਸਰਕਾਰ ਦਾ ਆਸਰਾ ਹੁੰਦਾ ਹੈ, ਫਿਰ ਸਾਨੂੰ ਆਪਣੇ ਰਿਸ਼ਤੇਦਾਰਾਂ, ਭੈਣਾਂ ਭਰਾਵਾਂ ਦਾ, ਆਪਣੇ ਅਹੁਦੇ ਦਾ, ਇਹ ਸਾਰੇ ਸਾਡੇ ਆਸਰੇ ਨੇ, ਸਾਡੀਆਂ ਟੇਕਾਂ ਹਨ।
ਤੇ ਗੁਰੂ ਜੀ ਇਹ ਕਹਿੰਦੇ ਨੇ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ। ਬ੍ਰਿਥੀ ਦਾ ਮਤਲਬ ਹੁੰਦਾ ਜੀ ਵਿਅਰਥ। ਬੰਦੇ ਦੇ ਆਸਰੇ ਨੂੰ, ਬੰਦੇ ਦੇ ਸਹਾਰੇ ਨੂੰ ਤੂੰ ਵਿਅਰਥ ਸਮਝ। ਏਕ ਆਸ ਰਾਖੋ ਮਨ ਮਾਹੇ। ਇੱਕ ਪਰਮਾਤਮਾ ਦੀ ਆਸ ਨੂੰ ਮਨ ਵਿੱਚ ਰੱਖੋ ਕਿ ਪਰਮਾਤਮਾ ਨੇ ਹੀ ਮੈਨੂੰ ਜੀਵਨ ਦਿੱਤਾ ਹੈ, ਪਰਮਾਤਮਾ ਹੀ ਮੇਰੇ ਜੀਵਨ ਦੇ ਅੰਦਰ ਮੇਰੀ ਪ੍ਰਤੀਪਾਲਨਾ ਕਰ ਰਿਹਾ ਹੈ, ਪਰਮਾਤਮਾ ਹੀ ਮੇਰੇ ਸੁੱਖਾਂ ਤੇ ਦੁੱਖਾਂ ਦਾ ਸਾਥੀ ਬਣਦਾ ਹੈ, ਪਰਮਾਤਮਾ ਹੀ ਮੇਰੇ ਸਰੀਰ ਛੱਡਣ ਤੋਂ ਬਾਅਦ ਮੇਰੀ ਆਤਮਾ ਦਾ ਸਹਾਇਕ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਮਨੁੱਖ ਨਹੀਂ ਜੀ ਕਰ ਸਕਦਾ। ਮਨੁੱਖ ਨਾ ਸਾਨੂੰ ਜਨਮ ਦੇ ਸਕਦਾ ਹੈ, ਮਨੁੱਖ ਨਾ ਸਾਡਾ ਜੀਵਨ ਸੰਵਾਰ ਸਕਦਾ ਹੈ, ਮਨੁੱਖ ਨਾ ਸਾਡੇ ਮਰਨ ਤੋਂ ਬਾਅਦ ਸਾਡੀ ਕੋਈ ਸਹਾਇਤਾ ਕਰ ਸਕਦਾ ਹੈ। ਇਹ ਸਾਰੀਆਂ ਸਹਾਇਤਾ ਕੇਵਲ ਤੇ ਕੇਵਲ ਪਰਮਾਤਮਾ ਕਰ ਸਕਦਾ ਹੈ। ਇਸ ਲਈ ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਦੇਵਨ ਕੋ ਇੱਕ ਹੈ ਭਗਵਾਨ। ਦੇਵਨ ਕੋ ਯਾਨੀ ਦਾਤਾਂ ਦੇਣ ਵਾਸਤੇ ਇੱਕੋ ਇੱਕ ਭਗਵਾਨ ਹੈ, ਪਰਮਾਤਮਾ ਹੈ ਜੋ ਸਾਨੂੰ ਸਭ ਜੀਆਂ ਨੂੰ ਦਾਤਾਂ ਦਿੰਦਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਆਖਿਆ, ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਹੀ ਹਾਂ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਅਸੀਂ ਸਭ ਜੀਵ ਜੰਤੂ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਮਾਣਦੇ ਹਾਂ, ਉਹਦਾ ਦਿੱਤਾ ਹੋਇਆ ਭੋਜਨ ਛਕਦੇ ਹਾਂ, ਉਹਦੀਆਂ ਦਿੱਤੀਆਂ ਹੋਈਆਂ ਜੀਵਨ ਵਿੱਚ ਸਾਰੀਆਂ ਸਹੂਲਤਾਂ ਦਾ ਆਨੰਦ ਮਾਣਦੇ ਹਾਂ। ਸੋ ਇਹ ਕੋਈ ਮਨੁੱਖ ਨਹੀਂ ਜੀ ਦੇ ਰਿਹਾ ਸਾਨੂੰ, ਇਹ ਸਭ ਕੁਝ ਪਰਮਾਤਮਾ ਦਿੰਦਾ ਹੈ। ਜੇ ਸਾਨੂੰ ਮਨੁੱਖ ਕੁਝ ਦਿੰਦਾ ਹੋਇਆ ਮਹਿਸੂਸ ਹੁੰਦਾ ਹੈ ਨਾ, ਉਹ ਇੱਕ ਸਾਡਾ ਸੁਪਨਾ ਹੈ। ਉਹ ਅਸੀਂ ਸੁਪਨੇ ਵਿੱਚ ਉਲਝ ਕੇ ਰਹਿ ਗਏ ਹਾਂ ਤੇ ਇਉਂ ਲੱਗਦਾ ਹੈ ਕਿ ਸੁਪਨੇ ਵਿੱਚ ਇਹ ਮੇਰੀ ਮਾਂ, ਇਹ ਮੇਰਾ ਪਿਤਾ, ਇਹ ਮੇਰੇ ਭੈਣਾਂ ਭਰਾ ਨੇ, ਉਹ ਮੈਨੂੰ ਦੇਣ ਵਾਲਾ ਹੈ, ਉਹ ਮੇਰੇ ਤੋਂ ਲੈਣ ਵਾਲਾ ਹੈ। ਇਹ ਸਭ ਇੱਕ ਸੁਪਨਾ ਅਸੀਂ ਵੇਖ ਰਹੇ ਹਾਂ। ਜਦੋਂ ਕਿਸੇ ਭਾਗਾਂ ਵਾਲੇ ਦੀ ਜੀ ਅੱਖ ਖੁੱਲ੍ਹੇਗੀ, ਮੇਰੀ ਤੇ ਅਜੇ ਨਹੀਂ ਖੁੱਲ੍ਹੀ, ਤੁਹਾਡੇ 'ਚੋਂ ਹੋ ਸਕਦਾ ਕਿਸੇ ਦੀ ਖੁੱਲ੍ਹ ਗਈ ਹੋਵੇ। ਜਦੋਂ ਕਿਸੇ ਭਾਗਾਂ ਵਾਲੇ ਦੀ ਅੱਖ ਖੁੱਲ੍ਹ ਜਾਂਦੀ ਏ, ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਆਹ ਸੰਸਾਰ ਇੱਕ ਸੁਪਨਾ ਹੈ, ਇਸ ਤੋਂ ਵੱਧ ਕੁਛ ਨਹੀਂ, ਤੇ ਮੈਂ ਸੁਪਨੇ ਵਿੱਚ ਜ਼ਿੰਦਗੀ ਜੀ ਰਿਹਾ ਹਾਂ। ਇਸ ਸੁਪਨੇ ਦਾ ਮੈਨੂੰ ਤਿਆਗ ਕਰਨਾ ਚਾਹੀਦਾ ਹੈ ਤੇ ਮੈਨੂੰ ਅਸਲੀਅਤ ਨੂੰ ਸਮਝਣਾ ਚਾਹੀਦਾ ਕਿ ਸੱਚਾਈ ਕੀ ਹੈ ਸੰਸਾਰ ਦੀ, ਇਸ ਸਰੀਰ ਦੀ ਤੇ ਇਸ ਆਤਮਾ ਦੀ ਸੱਚਾਈ ਕੀ ਹੈ। ਜਿਹੜਿਆਂ ਲੋਕਾਂ ਨੇ ਉਸ ਸੱਚਾਈ ਨੂੰ ਜਾਣਿਆ, ਉਸ ਨੂੰ ਪਹਿਚਾਣਿਆ, ਉਹਨਾਂ ਲੋਕਾਂ ਨੇ ਸੱਚਮੁੱਚ ਹੀ ਆਪਣਾ ਜੀਵਨ ਸਫਲ ਬਣਾ ਲਿਆ। ਅਗਲੀਆਂ ਦੋ ਪੰਕਤੀਆਂ ਨੇ, ਜਿਸ ਕੈ ਦੀਐ ਰਹਿ ਅਘਾਏ। ਅਘਾਏ ਦਾ ਮਤਲਬ ਹੁੰਦਾ ਜੀ ਰੱਜ ਜਾਣਾ, ਫਿਰ ਰੱਜੇ ਹੀ ਰਹਿਣਾ। ਇਸ ਸੰਸਾਰ ਵਿੱਚ, ਇਸ ਜੀਵਨ ਵਿੱਚ ਅਸੀਂ ਰੱਜ ਜਾਂਦੇ ਹਾਂ ਜੀ। ਸਾਨੂੰ ਥੋੜ੍ਹੇ ਸਮੇਂ ਬਾਅਦ ਫਿਰ ਭੁੱਖ ਲੱਗ ਜਾਂਦੀ ਹੈ, ਫਿਰ ਅਸੀਂ ਕੁਝ ਖਾਂਦੇ ਹਾਂ, ਫਿਰ ਰੱਜ ਜਾਂਦੇ ਹਾਂ, ਫਿਰ ਭੁੱਖ ਲੱਗ ਜਾਂਦੀ ਥੋੜ੍ਹੇ ਸਮੇਂ ਬਾਅਦ। ਇਸੇ ਤਰ੍ਹਾਂ ਹੀ ਪਹਿਨਣ, ਅਸੀਂ ਸੋਹਣੇ ਸੋਹਣੇ ਕੱਪੜੇ ਪਹਿਨਦੇ ਹਾਂ, ਇੱਕ ਵਾਰੀ ਵਧੀਆ ਜਿਹਾ ਸੂਟ ਪਾਈਏ ਤੇ ਲੱਗਦਾ ਕਿ ਮੇਰੀ ਤੇ ਭੁੱਖ ਮਿਟ ਗਈ ਏ। 2-4 ਦਿਨਾਂ ਬਾਅਦ ਕੋਈ ਨਵਾਂ ਡਿਜ਼ਾਈਨ ਵੇਖਦੇ ਨੇ ਲੋਕ, ਫਿਰ ਉਹਦੀ ਭੁੱਖ ਜਾਗ ਪੈਂਦੀ, ਉਹ ਪਹਿਲੀ ਭੁੱਖ ਜਿਹੜੀ ਉਹ ਫਿਰ ਜਾਗ ਪੈਂਦੀ ਏ। ਸੋ ਜਿਸ ਕੈ ਦੀਐ ਰਹਿ ਅਘਾਏ, ਜਿਸ ਪਰਮਾਤਮਾ ਦੇ ਦਾਤ ਦੇਣ ਕਾਰਨ ਇਹ ਜੀਵ ਮੁੜ ਰੱਜਿਆ ਰਹਿੰਦਾ ਹੈ, ਫਿਰ ਕਦੀ ਭੁੱਖ ਲੱਗਦੀ ਹੀ ਨਹੀਂ। ਬਹੁਰ ਨਾ ਤ੍ਰਿਸ਼ਨਾ ਲੱਗ ਗਿਆ ਏ। ਫਿਰ ਇਸ ਮਨੁੱਖ ਨੂੰ ਕਦੇ ਤ੍ਰਿਸ਼ਨਾ ਨਹੀਂ ਜੀ ਲੱਗਦੀ, ਫਿਰ ਉਹ ਤ੍ਰਿਸ਼ਨਾ ਤੋਂ ਉੱਚਾ ਉੱਠ ਜਾਂਦਾ ਹੈ। ਤ੍ਰਿਸ਼ਨਾ ਦਾ ਮਤਲਬ ਇੱਕ ਲਾਲਚ ਹੁੰਦਾ ਹੈ ਜੀ। ਇਹ ਲਾਲਚ ਤੋਂ ਵੀ ਮਾੜੀ ਏ। ਇਹ ਵਧੀ ਹੋਈ ਲਾਲਸਾ, ਉਸ ਨੂੰ ਤ੍ਰਿਸ਼ਨਾ ਆਖਦੇ ਨੇ। ਕਿ ਇਹ ਕਦੀ ਫਿਰ ਨਾ ਜਿਹੜੀ ਲਾਲਸਾ ਵੱਧ ਜਾਏ, ਚਾਹੇ ਉਹ ਮਾਇਆ ਦੀ ਵੱਧ ਜਾਏ, ਚਾਹੇ ਉਹ ਕਿਸੇ ਵੀ ਸੰਸਾਰਿਕ ਵਸਤੂ ਦੀ ਵੱਧ ਜਾਏ, ਉਹ ਫਿਰ ਵੱਧਦੀ ਜਾਂਦੀ, ਉਹ ਰੁਕਦੀ ਨਹੀਂ, ਕਿਤੇ ਮੁੱਕਦੀ ਨਹੀਂ। ਜਿਵੇਂ ਸਹਿਸ ਖੱਟੇ ਲੱਖ ਕੋਠ ਧਾਵੈ ਵਾਲੀ ਗੱਲ ਜਿਹੜੀ ਹੈ ਨਾ, ਇਹ ਫਿਰ ਤ੍ਰਿਸ਼ਨਾ ਮੁੱਕਦੀ ਨਹੀਂ, ਅੱਗੇ ਤੋਂ ਅੱਗੇ ਵੱਧਦੀ ਜਾਂਦੀ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ,
ਜਾਕੈ ਸਿਮਰਨ ਹੋਏ ਆਨੰਦਾ, ਬਿਨ ਸੈ ਜਨਮ ਮਰਨ ਭੈ ਦੁਖੀ। ਜਿਸ ਵਾਹਿਗੁਰੂ ਜੀ ਦਾ ਸਿਮਰਨ ਕਰਨ ਨਾਲ ਆਨੰਦ ਪ੍ਰਾਪਤ ਹੋ ਜਾਂਦਾ ਹੈ, ਜਨਮ ਮਰਨ ਦਾ ਡਰ, ਜਨਮ ਮਰਨ ਦਾ ਦੁੱਖ ਬਿਨਸ ਜਾਂਦਾ ਹੈ। ਇਹ ਫਿਰ ਨਹੀਂ ਲੱਗਦਾ, ਕਿਉਂਕਿ ਅਸਲੀਅਤ ਸਾਹਮਣੇ ਆ ਜਾਂਦੀ ਏ ਕਿ ਮੈਂ ਜਨਮ ਨਹੀਂ ਲਿਆ ਤੇ ਮੈਂ ਮਰਨਾ ਵੀ ਨਹੀਂ। ਇਹ ਮੇਰੀ ਆਤਮਾ ਨੇ ਸਰੀਰ ਰੂਪ ਇੱਕ ਚੋਲਾ ਧਾਰਨ ਕੀਤਾ, ਇੱਕ ਸੂਟ ਪਾਇਆ, ਕੱਪੜੇ ਜਿਵੇਂ ਅਸੀਂ ਪਾਏ ਨੇ ਸਰੀਰ ਦੇ ਉੱਤੇ, ਇਸ ਤਰ੍ਹਾਂ ਮੇਰੀ ਆਤਮਾ ਨੇ ਸਰੀਰ ਰੂਪੀ ਇੱਕ ਕੱਪੜਾ ਪਹਿਨਿਆ ਹੋਇਆ। ਜਦੋਂ ਇਹ ਪੁਰਾਣਾ ਹੋ ਜਾਏਗਾ, ਜਰਜਰਾ ਹੋ ਜਾਏਗਾ, ਇਸ ਨੂੰ ਛੱਡ ਦੇਣਾ ਤੇ ਹੋਰ ਕੋਈ ਪਾ ਲੈਣਾ ਹੈ। ਉਹ ਇਸ ਕਰਕੇ ਆਨੰਦ ਵਿੱਚ ਚਲੇ ਜਾਂਦੇ ਨੇ ਤੇ ਉਹਨਾਂ ਦਾ ਜਨਮ ਤੇ ਮਰਨ ਦਾ ਜਿਹੜਾ ਭੈ ਹੈ, ਡਰ ਹੈ, ਜਿਹੜਾ ਦੁੱਖ ਹੈ, ਉਹ ਬਿਨਸ ਜਾਂਦਾ ਹੈ। ਸਿਮਰਨ ਕਰਨ ਦੇ ਨਾਲ 4 ਪਦਾਰਥ ਨਵ ਨਿਧ ਪਾਵਹਿ। ਸਿਮਰਨ ਕਰਨ ਵਾਲੇ ਲੋਕ 4 ਪਦਾਰਥ ਧਰਮ, ਅਰਥ, ਕਾਮ ਤੇ ਮੋਕਸ਼, ਇਹਨਾਂ 4 ਪਦਾਰਥਾਂ ਨੂੰ ਵੀ ਪਾ ਲੈਂਦੇ ਨੇ ਤੇ ਉਹਨਾਂ ਨੂੰ 9 ਨਿਧੀਆਂ ਪ੍ਰਾਪਤ ਹੋ ਜਾਂਦੀਆਂ ਨੇ। 9 ਨਿਧੀਆਂ ਦਾ ਮਤਲਬ ਹੁੰਦਾ ਹੈ ਜੀ 9 ਖਜ਼ਾਨੇ। ਉਹਨਾਂ ਵਿੱਚ ਇਸ ਬ੍ਰਹਿਮੰਡ ਦੀ ਸਮੁੱਚੀ ਮਾਇਆ 9 ਖਜ਼ਾਨਿਆਂ ਵਿੱਚ ਆ ਜਾਂਦੀ ਹੈ। ਸੋ ਉਸ ਨੂੰ ਉਹ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ। ਬਹੁਰ ਨਾ ਤ੍ਰਿਸ਼ਨਾ ਭੁੱਖੀ, ਮੁੜ ਕੇ ਉਹਨੂੰ ਕਦੀ ਭੁੱਖ ਨਹੀਂ ਲੱਗਦੀ, ਮੁੜ ਕੇ ਉਹਨੂੰ ਕਦੀ ਤ੍ਰਿਸ਼ਨਾ ਸਤਾਉਂਦੀ ਨਹੀਂ, ਫਿਰ ਉਹਦੀ ਲਾਲਸਾ ਵੱਧਦੀ ਨਹੀਂ, ਉਹਦੀ ਲਾਲਸਾ ਖਤਮ ਹੋ ਜਾਂਦੀ ਏ, ਭਾਵ ਉਹਦਾ ਮਨ ਰੱਜ ਜਾਂਦਾ ਹੈ। ਸੋ ਰੱਜਣਾ ਜੀ ਸਾਡੇ ਮਨ ਨੇ ਉਦੋਂ ਜਦੋਂ ਅਸੀਂ ਪ੍ਰਮਾਤਮਾ ਦੀ ਆਸ ਉੱਤੇ, ਪ੍ਰਮਾਤਮਾ ਦੇ ਸਹਾਰੇ ਤੇ ਜੀਵਨ ਜਿਉਣਾ ਸ਼ੁਰੂ ਕੀਤਾ ਤੇ ਉਸ ਦੇ ਵੱਲ ਅਸੀਂ ਆਪਣਾ ਧਿਆਨ ਲਾਇਆ ਕਿ ਜੋ ਉਹ ਮੈਨੂੰ ਦੇ ਰਿਹਾ ਬਸ ਉਹ ਹੀ ਬੇਅੰਤ ਏ। ਬਾਕੀ ਇਹ ਸੰਸਾਰਿਕ ਚੀਜ਼ਾਂ, ਸੰਸਾਰਿਕ ਪਦਾਰਥ, ਇਹ ਸਾਡੀ ਤ੍ਰਿਸ਼ਨਾ ਨੂੰ, ਸਾਡੇ ਲਾਲਚ ਨੂੰ ਕਦੇ ਪੂਰਿਆ ਨਹੀਂ ਕਰ ਸਕਦੇ, ਸਗੋਂ ਇਹਨਾਂ ਨੂੰ ਪਾ ਕੇ ਸਾਡੇ ਲਾਲਚ, ਸਾਡੀ ਲਾਲਸਾ, ਸਾਡੀ ਤ੍ਰਿਸ਼ਨਾ ਹੋਰ ਵੱਧਦੀ ਜਾਂਦੀ ਏ। ਜਿਸ ਤਰ੍ਹਾਂ ਅੱਗ ਦੇ ਉੱਤੇ ਬਾਲਣ ਪਾਉਣ ਦੇ ਨਾਲ ਅੱਗ ਕਦੇ ਤ੍ਰਿਪਤ ਨਹੀਂ ਹੁੰਦੀ, ਉਹ ਹੋਰ ਭਾਂਬੜ ਵਧੇਰੇ ਮੱਚਦੇ ਜਾਂਦੇ ਨੇ। ਅਗਲੀਆਂ 2 ਪੰਕਤੀਆਂ ਨੇ ਜੀ, ਮਾਰੈ ਰਾਖੈ ਏਕੋ ਆਪ, ਮਾਨੁਖ ਕਹਿ ਕਿਛ ਨਾਹੀ ਹਾਥ। ਇਹ ਜਿਹੜਾ ਸਾਡਾ ਸੁਪਨੇ ਵਿੱਚ ਜਨਮ ਹੋ ਰਿਹਾ ਹੈ ਤੇ ਮਰਨ ਹੋ ਰਿਹਾ ਹੈ, ਇਹ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਮਾਨੁਖ ਕਹਿ ਕਿਛ ਨਾਹੀ ਹਾਥ, ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨ ਰਾਜ ਮਾਲ ਮਨ ਸ਼ੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਇਹ ਸਾਰੀਆਂ ਚੀਜ਼ਾਂ ਜੀ ਸਾਡੇ ਹੱਥ ਵਿੱਚ ਨਹੀਂ ਹਨ, ਇਹ ਪ੍ਰਮਾਤਮਾ ਦੇ ਹੱਥ ਵਿੱਚ ਨੇ। ਉਹੋ ਹੀ ਸਾਨੂੰ ਜਨਮ ਦਿੰਦਾ ਹੈ, ਉਹੋ ਹੀ ਸਾਨੂੰ ਜੀਵਨ ਦਿੰਦਾ ਹੈ ਤੇ ਉਹੋ ਹੀ ਸਾਨੂੰ ਜੀਵਨ ਜਿਉਣ ਦੀਆਂ ਸਾਰੀਆਂ ਸਹੂਲਤਾਂ ਦਿੰਦਾ ਹੈ। ਸਾਡੀ ਜ਼ਿੰਦਗੀ ਵਿੱਚ ਸਾਡਾ ਰਖਵਾਲਾ ਵੀ ਉਹੋ ਹੀ ਹੁੰਦਾ ਹੈ, ਹਰ ਵਕਤ ਸਾਡੇ ਅੰਗ ਸੰਗ ਹੁੰਦਾ ਹੈ। ਸੋ ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ। ਇਸ ਲਈ ਗੁਰੂ ਜੀ ਨੇ ਆਖਿਆ ਸੀ ਕਿ ਇੱਕ ਪ੍ਰਭੂ ਦੇ ਉੱਤੇ ਆਸ ਰੱਖੋ, ਉਹੋ ਹੀ ਤੁਹਾਡੇ ਜੀਵਨ ਦਾ ਮੁੱਖ ਰੂਪ ਵਿੱਚ ਸਹਾਰਾ ਹੈ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰਖ ਕੰਠ ਪਰੋਏ। ਉਸ ਮਾਲਕ ਦੇ ਹੁਕਮ ਨੂੰ ਆਪਾਂ ਸਮਝਣਾ ਹੈ ਜੀ। ਜਿਹੜਿਆਂ ਲੋਕਾਂ ਨੇ ਮਾਲਕ ਦੇ ਹੁਕਮ ਨੂੰ ਸਮਝ ਲਿਆ, ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ ਜ਼ਿੰਦਗੀ ਵਿੱਚ, ਆਤਮਿਕ ਸੁਖ। ਜਿਨ੍ਹਾਂ ਲੋਕਾਂ ਨੇ ਹੁਕਮ ਨੂੰ ਨਹੀਂ ਪਹਿਚਾਨਿਆ, ਉਹ ਫਿਰ ਦੁਖੀ ਹੁੰਦੇ ਨੇ। ਕੁਝ ਸਾਡਾ ਨੁਕਸਾਨ ਹੋ ਜਾਏ, ਕੋਈ ਜੀ ਚਲਾ ਜਾਏ ਤੇ ਉਹ ਲੋਕ ਬਹੁਤ ਦੁਖੀ ਤੇ ਪਰੇਸ਼ਾਨ ਹੁੰਦੇ ਨੇ। ਮੈਂ ਵੇਖਿਆ ਜੀ ਕਈ ਵਾਰੀ ਸਾਰੀ ਜ਼ਿੰਦਗੀ ਲੋਕ ਉਸ ਚੀਜ਼ ਨੂੰ ਰੋਂਦੇ ਰਹਿੰਦੇ ਨੇ। ਇੱਕੋ ਗੱਲ, ਛੋਟਾ ਮੋਟਾ ਕੋਈ ਨੁਕਸਾਨ ਹੋ ਗਿਆ ਸੀ ਜਾਂ ਕੋਈ ਪਰਿਵਾਰ ਚੋਂ ਜੀ ਚਲਾ ਗਿਆ ਸੀ ਜਾਂ ਕੁਝ ਹੋਰ ਮਾੜੀ ਘਟਨਾ ਵਾਪਰ ਗਈ ਸੀ, ਉਸ ਨੂੰ ਲੈ ਕੇ ਸਾਰੀ ਉਮਰ ਖਹਿੜਾ ਹੀ ਨਹੀਂ ਲੋਕ ਛੱਡਦੇ। ਬਸ ਉਹਨੂੰ ਯਾਦ ਕਰੀ ਜਾਂਦੇ ਨੇ ਤੇ ਰੋਈ ਜਾਂਦੇ ਨੇ, ਸਾਡਾ ਕੀ ਬਣੇਗਾ ਹੁਣ, ਸਾਡਾ ਕੀ ਬਣੇਗਾ। ਕਿਉਂਕਿ ਉਹਨਾਂ ਨੇ
ਹੁਕਮ ਨੂੰ ਨਹੀਂ ਬੁੱਝਿਆ ਹੁੰਦਾ, ਹੁਕਮ ਨੂੰ ਨਹੀਂ ਪਹਿਚਾਣਿਆ ਹੁੰਦਾ। ਜਿਨ੍ਹਾਂ ਲੋਕਾਂ ਨੇ ਹੁਕਮ ਨੂੰ ਸਮਝ ਲਿਆ, ਗੁਰੂ ਜੀ ਨੇ ਆਖਿਆ ਸੀ ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜ਼ਾਨੇ। ਜਿਹੜਾ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲਣਾ ਸਿੱਖ ਜਾਂਦਾ ਹੈ, ਉਹ ਵਾਹਿਗੁਰੂ ਜੀ ਦੇ ਖਜ਼ਾਨੇ ਪੈ ਜਾਂਦਾ ਹੈ, ਭਾਵ ਉਹ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਗੁਰੂ ਜੀ ਆਖਦੇ ਨੇ ਉਸ ਮਾਲਕ ਦੇ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕਰ। ਜਪਜੀ ਸਾਹਿਬ ਜੀ ਦੀ ਦੂਜੀ ਪੌੜੀ ਹੈ ਜੀ ਹੁਕਮ ਵਾਲੀ, ਤੁਸੀਂ ਉਸ ਨੂੰ ਫਿਰ ਪੜ੍ਹਨਾ ਸਾਰਿਆਂ ਨੇ, ਇਹ ਤੁਹਾਡਾ ਹੋਮਵਰਕ ਹੈ। ਤੇ ਉਸ ਨੂੰ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰਨਾ ਕਿ ਹੁਕਮ ਅਸਲ 'ਚ ਹੈ ਕੀ ਹੈ। ਆਪਾਂ ਬਹੁਤ ਵਾਰੀ ਗੱਲ ਹੁਕਮ ਤੇ ਪਿੱਛੇ ਕਰ ਚੁੱਕੇ ਹਾਂ, ਤੇ ਮੈਨੂੰ ਪੂਰੀ ਆਸ ਹੈ ਕਿ ਤੁਹਾਨੂੰ ਉਹ ਸਾਰੀ ਗੱਲ ਯਾਦ ਹੋਏਗੀ ਹੁਕਮ ਕੀ ਹੈ। ਤੇ ਜੇ ਨਹੀਂ ਤੇ ਫਿਰ ਦੁਬਾਰਾ ਪੜ੍ਹਨਾ, ਫਿਰ ਸਮਝਣ ਦੀ ਕੋਸ਼ਿਸ਼ ਕਰਨਾ। ਤੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਮਾਲਕ ਨੇ ਸਾਨੂੰ ਇਹੋ ਹੀ, ਗੁਰੂ ਸਾਹਿਬ ਨੇ ਸਾਨੂੰ ਇਹੋ ਹੀ ਸੂਝ ਬਖਸ਼ੀ ਏ ਕਿ ਤੁਸੀਂ ਭਾਈ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲੋ। ਉਹਦੇ ਹੁਕਮ ਵਿੱਚ ਚੱਲੋਗੇ ਤੇ ਤੁਹਾਨੂੰ ਸਦਾ ਸਦਾ ਲਈ ਆਤਮਕ ਸੁਖ ਮਿਲੇਗਾ। ਇਸ ਕਾ ਨਾਮ ਰੱਖ ਕੰਠ ਪਰੋਏ। ਕੰਠ ਆਖਦੇ ਨੇ ਜੀ ਗਲੇ ਨੂੰ, ਗਲੇ ਵਿੱਚ ਪਰੋ ਕੇ ਰੱਖ ਉਸ ਵਾਹਿਗੁਰੂ ਜੀ ਦੇ ਨਾਮ ਨੂੰ। ਨਾਮ ਦੇ ਵਿੱਚ, ਕੰਠ ਵਿੱਚ ਨਾਮ ਨੂੰ ਪਰੋ ਕੇ ਰੱਖਣ ਤੋਂ ਭਾਵ ਹੈ ਕਿ ਇਹ ਦੂਜੀ ਅਵਸਥਾ ਹੈ ਜੀ ਜਪ ਦੀ। ਪਹਿਲੀ ਅਵਸਥਾ ਹੁੰਦੀ ਅਸੀਂ ਰਸਨਾ ਨਾਲ ਬੋਲਦੇ ਹਾਂ ਵਾਹਿਗੁਰੂ ਵਾਹਿਗੁਰੂ, ਜਿਹੜਾ ਦੂਜਿਆਂ ਨੂੰ ਸੁਣਾਈ ਦਿੰਦਾ ਹੈ। ਜਿਵੇਂ ਆਪਾਂ ਪਹਿਲਾਂ ਜਾਪ ਸੁਣਿਆ YouTube ਦੇ ਮਾਧਿਅਮ ਰਾਹੀਂ ਤੇ ਨਾਲ ਆਪਾਂ ਵੀ ਕੀਤਾ, ਉਹ ਸੀ ਜਪ ਦੀ ਪਹਿਲੀ ਅਵਸਥਾ। ਦੂਜੀ ਅਵਸਥਾ ਹੁੰਦੀ ਹੈ ਕੰਠ ਵਿੱਚ ਜਪ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਉਹ ਇੱਥੇ ਉਹ ਜ਼ਿਕਰ ਕੀਤਾ, ਤਿਸ ਕਾ ਨਾਮ ਰੱਖ ਕੰਠ ਪਰੋਏ। ਆਪਣੇ ਕੰਠ ਵਿੱਚ ਉਸ ਨੂੰ ਪਰੋਈ ਰੱਖ। ਜਿਵੇਂ ਅਸੀਂ ਮਾਲਾ ਵਿੱਚ ਮਣਕੇ ਪਰੋਨੇ ਆ ਜਾਂ ਮਾਲਾ ਵਿੱਚ ਫੁੱਲ ਪਰੋ ਲੈਂਦੇ ਆ, ਉਹ ਉਸ ਤਰ੍ਹਾਂ ਉਹਨੂੰ ਪਰੋ ਕੇ ਰੱਖ ਵੀ ਭਾਵ ਤੈਨੂੰ ਕਦੇ ਭੁੱਲੇ ਨਾ। ਤੇਰੇ ਕੰਠ ਵਿੱਚ ਹਮੇਸ਼ਾ ਰੱਬ ਦਾ ਨਾਮ ਚੱਲਦਾ ਰਵੇ, ਵਾਹਿਗੁਰੂ ਵਾਹਿਗੁਰੂ ਤੂੰ ਕੰਠ ਵਿੱਚ ਕਰਦਾ ਰਹੇ। ਕੰਠ ਵਿੱਚ ਕਰਨ ਨਾਲ ਹੁੰਦਾ ਕੀ ਏ? ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ। ਨਾ ਦਾ ਮਤਲਬ ਹੁੰਦਾ ਜੀ ਮਾਲਕ ਪਰਮਾਤਮਾ। ਜਿਨ੍ਹਾਂ ਦੇ ਕੰਠ ਵਿੱਚ, ਜਿਨ੍ਹਾਂ ਦੇ ਗਲੇ ਵਿੱਚ ਪਰਮਾਤਮਾ ਦੇ ਨਾਮ ਦਾ ਸਿਮਰਨ ਜਾਰੀ ਹੋ ਜਾਂਦਾ ਹੈ, ਉਹਨਾਂ ਨੂੰ ਫਿਰ ਇਹ ਸੰਸਾਰ ਦੀ ਜਿਹੜੀ ਇਹ ਠੰਡਕ ਹੈ ਨਾ, ਉਹ ਪਹੁੰਚਦੀ ਨਹੀਂ। ਠੰਡਕ ਤੋਂ ਮਤਲਬ ਇੱਥੇ ਆ ਜੀ, ਜਿਵੇਂ ਅਸੀਂ ਠੰਡ ਦੇ ਦਿਨਾਂ ਵਿੱਚ ਆਲਸੀ ਹੋ ਜਾਂਦੇ ਆ, ਬਾਹਰ ਨਿਕਲਿਆ ਨਹੀਂ ਜਾਂਦਾ। ਜੇ ਸਨੋ ਪਈ ਹੋਵੇ ਤੇ ਕਿੰਨੇ ਲੋਕ ਪਰੇਸ਼ਾਨ ਹੁੰਦੇ ਨੇ। ਇਸ ਤੋਂ ਭਾਵ ਹੈ ਉਹਦਾ ਕਿ ਜਿਹੜੀ ਉਹ ਦੁੱਖ ਦੇਣ ਵਾਲੀ ਠੰਡ ਏ, ਉਹਦੇ ਤੋਂ ਤੁਸੀਂ ਨਿਜਾਤ ਪਾ ਲੈਂਦੇ ਹੋ ਜਦੋਂ ਤੁਹਾਡੇ ਕੰਠ ਵਿੱਚ ਵਾਹਿਗੁਰੂ ਜੀ ਦਾ ਨਾਮ ਚਲਾ ਜਾਂਦਾ ਹੈ। ਸੋ ਇੱਥੇ ਗੁਰੂ ਜੀ ਨੇ ਜਿਹੜੇ ਅੱਜ ਕੱਲ੍ਹ ਮਹੀਨਾ ਚੱਲ ਰਿਹਾ ਪੋਹ ਮਾਘ, ਇਹਦੀ ਠੰਡ ਦਾ ਇੱਕ ਉਦਾਹਰਨ ਲਈਏ ਕਿ ਜਿਵੇਂ ਇਹ ਠੰਡ ਸਾਨੂੰ ਪਰੇਸ਼ਾਨ ਕਰਦੀ ਏ, ਤੰਗ ਕਰਦੀ ਏ। ਆਪਾਂ ਨੂੰ ਤੇ ਭਲਾ ਨਹੀਂ ਕਰਦੀ, ਪਰ ਵੇਖੋ ਨਾ ਸਾਰੇ ਸੰਸਾਰ ਵਿੱਚ ਇਹੋ ਜਿਹੀਆਂ ਸਹੂਲਤਾਂ ਨਹੀਂ ਹਨ। ਆਪਾਂ ਨੂੰ ਸਮਝਣਾ ਚਾਹੀਦਾ ਹੈ ਬਹੁਤ ਸਾਰੇ ਜੀਵ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲ ਸੱਚ ਜਾਣਿਆ ਜੇ ਕਿ ਰਾਤ ਰਹਿਣ ਨੂੰ ਛੱਤ ਨਹੀਂ ਹੁੰਦੀ। ਉਹ ਰੁੱਖਾਂ ਹੇਠਾਂ, ਝੌਂਪੜੀਆਂ ਹੇਠਾਂ, ਕਈ ਲੋਕ ਪੁਲਾਂ ਦੇ ਥੱਲੇ ਸੌਂਦੇ ਨੇ। ਜਿਹੜੇ ਸੜਕਾਂ ਦੇ ਉੱਤੇ ਪੁਲ ਬਣੇ ਹੁੰਦੇ ਨੇ, ਪੁਲਾਂ ਦੇ ਹੇਠਾਂ ਰਾਤਾਂ ਕੱਟਦੇ ਨੇ। ਇਹਨੂੰ ਆਖਿਆ ਪੋਖ ਤੁਖਾਰ ਨਾ ਵਿਆਪਈ। ਇਹੋ ਜਿਹੀ ਮੁਸ਼ਕਿਲ ਸਮੇਂ ਵਿੱਚੋਂ ਲੋਕ ਗੁਜ਼ਰਦੇ ਨੇ ਇਹਨਾਂ ਦਿਨਾਂ ਵਿੱਚ। ਗਰੀਬ ਲੋਕ ਵਿਚਾਰੇ ਬਹੁਤ ਇਸ ਠੰਡ ਦੇ ਕਾਰਨ ਮਰ ਜਾਂਦੇ ਨੇ। ਉਹਨਾਂ ਕੋਲ ਉੱਤੋਂ ਮੀਂਹ ਪੈ ਰਿਹਾ, ਰੁੱਖ ਤੋਂ ਪਾਣੀ ਚੋ ਰਿਹਾ, ਛੰਨ ਚੋਈ ਜਾਂਦੀ ਏ, ਕੱਪੜੇ ਭਿੱਜ ਜਾਂਦੇ ਨੇ। ਉੱਥੇ ਕੋਈ ਹੀਟਰ ਥੋੜ੍ਹੇ ਲੱਗੇ ਨੇ ਵਿਚਾਰਿਆਂ ਕੋਲ, ਕੁਛ ਵੀ ਨਹੀਂ। ਸੋ ਇਹ ਹੈ ਪੋਖ ਤੁਖਾਰ ਨਾ ਵਿਆਪਈ। ਉਹ ਜਿਹੜਾ ਮੁਸ਼ਕਿਲ ਭਰਿਆ ਸਮਾਂ ਹੈ ਠੰਡ ਵਾਲਾ, ਉਹ ਨਹੀਂ ਫਿਰ ਵਿਆਪਦਾ ਜੇ ਵਾਹਿਗੁਰੂ ਜੀ ਦਾ ਨਾਮ ਬੰਦੇ ਦੇ ਕੰਠ ਵਿੱਚ ਚਲਾ ਜਾਏ। ਇਹ ਅਜੇ ਸਿਰਫ ਦੂਜੀ ਅਵਸਥਾ ਹੈ। ਜੇ ਉਸ ਤੋਂ ਥੱਲੇ ਚਲਾ ਜਾਏ ਸੁਰਤ ਵਿੱਚ,
ਤੇ ਫਿਰ ਤੇ ਕਹਿਣਾ ਹੀ ਕੀ ਹੈ, ਫਿਰ ਤੇ ਸਾਰੇ ਦੁੱਖ ਹੀ ਦੂਰ ਹੋ ਜਾਂਦੇ ਨੇ। ਸੋ ਆਪਾਂ ਜੀ ਜਿੱਥੇ ਆਪਾਂ ਗੁਰਬਾਣੀ ਸਮਝ ਰਹੇ ਹਾਂ, ਜਿੱਥੇ ਇੱਕ ਇੱਕ ਸ਼ਬਦ ਨੂੰ ਲੈ ਕੇ ਆਪਾਂ ਉਹਦੀ ਵਿਚਾਰ ਸਮਝਦੇ ਹਾਂ, ਤੇ ਆਪਾਂ ਕੋਸ਼ਿਸ਼ ਕਰੀਏ। ਵੈਸੇ ਮੈਨੂੰ ਤੇ ਆਸ ਹੈ ਕਿ ਤੁਹਾਡੀ ਅਵਸਥਾ ਇਸ ਤੋਂ ਅੱਗੇ ਬਣ ਚੁੱਕੀ ਹੋਵੇਗੀ। ਕਾਫੀ ਲੰਮੇ ਸਮੇਂ ਤੋਂ ਆਪਾਂ ਸਾਰੇ ਸਿਮਰਨ ਨਾਲ ਜੁੜੇ ਹਾਂ, ਤੇ ਜਿਸ ਕਿਸੇ ਭੈਣ ਭਰਾ ਦੀ ਨਹੀਂ ਬਣੀ ਪਾਈ, ਉਹ ਵੀ ਕੋਸ਼ਿਸ਼ ਕਰੋ, ਹਿੰਮਤ ਕਰੋ। ਜਦੋਂ ਇਹ ਨਾਮ ਕੰਠ ਵਿੱਚ ਚਲਾ ਜਾਏਗਾ, ਉਦੋਂ ਇਹ ਦੁੱਖ ਤਕਲੀਫਾਂ ਤੋਂ ਅਸੀਂ ਆਜ਼ਾਦ ਹੋ ਜਾਵਾਂਗੇ। ਜਦੋਂ ਥੱਲੇ ਚਲਾ ਗਿਆ ਨਾਭੀ ਵਿੱਚ, ਫਿਰ ਉੱਥੋਂ ਸੁਰਤ ਵਿੱਚ ਜਾਂਦਾ ਹੈ, ਫਿਰ ਅੱਗੇ ਧੁਨਾਤਮਕ ਸ਼ਬਦ ਪੈਦਾ ਹੋ ਜਾਂਦੇ ਨੇ। ਫਿਰ ਤੇ ਜੀ ਉਹ ਚਰਖੜੀਆਂ ਤੇ ਲੋਕ ਚੜ੍ਹ ਜਾਂਦੇ ਨੇ, ਉਹ ਬੰਦ ਕਟਵਾ ਲੈਂਦੇ ਨੇ, ਉਹ ਆਰਿਆਂ ਨਾਲ ਤਨ ਚਰਵਾ ਲੈਂਦੇ ਨੇ, ਉਹ ਸੂਲੀ ਤੇ ਚੜ੍ਹ ਜਾਂਦੇ ਨੇ। ਉਹ ਸੁਕਰਾਤ ਵਾਂਗੂ ਹੱਸਦੇ ਹੱਸਦੇ ਜ਼ਹਿਰ ਦਾ ਪਿਆਲਾ ਫੜ ਕੇ ਪੀ ਲੈਂਦੇ ਨੇ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਰੀਰ ਦਾ ਜਨਮ ਮਰਨ ਮੇਰਾ ਨਹੀਂ ਹੈ। ਸਾਨੂੰ ਨਹੀਂ ਅਜੇ ਪਤਾ, ਅਜੇ ਅਸੀਂ ਸੁਣਿਆ ਹੀ ਹੈ ਕੇਵਲ, ਅਸੀਂ ਉਸ ਨੂੰ ਅਜੇ ਮਾਣਿਆ ਨਹੀਂ। ਇਸ ਕਰਕੇ ਸਾਨੂੰ ਦੁੱਖ ਫਿਰ ਆ ਜਾਂਦਾ ਹੈ ਜੇ ਕੋਈ ਚੀਜ਼ ਮਾੜੀ ਵਾਪਰਦੀ ਹੈ ਤਾਂ, ਕਿਉਂਕਿ ਅਸੀਂ ਇਹ ਗੱਲਾਂ ਸੁਣੀਆਂ ਨੇ, ਸਾਡੀ ਉਹ ਅਵਸਥਾ ਨਹੀਂ ਅਜੇ ਬਣੀ। ਜਿਨ੍ਹਾਂ ਦੀ ਅਵਸਥਾ ਬਣ ਜਾਂਦੀ ਹੈ ਜੀ, ਉਹਨਾਂ ਨੂੰ ਫਿਰ ਇਸ ਜਨਮ ਮਰਨ ਦਾ ਡਰ ਖਤਮ ਹੋ ਜਾਂਦਾ ਹੈ। ਉਹਨਾਂ ਦੇ ਕੰਠ ਵਿੱਚ ਵਾਹਿਗੁਰੂ ਜੀ ਦਾ ਨਾਮ ਟਿਕ ਗਿਆ ਹੁੰਦਾ ਹੈ। ਅੱਗੇ ਆਖਦੇ ਨੇ ਸਤਿਗੁਰੂ ਜੀ, ਇਹ ਜਿਹੜਾ ਪਹਿਲਾ ਬੰਦ ਹੈ ਉਹਦਾ ਅਖੀਰਲੀਆਂ 2 ਲਾਈਨਾਂ ਨੇ, ਸਿਮਰ 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 ਪ੍ਰਭ ਸੋਏ। ਸਿਮਰ 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 ਵੇਖੋ 3 ਵਾਰੀ ਆਖਿਆ। ਤੇ ਸਿਆਣੇ ਲੋਕ ਜਿਹੜੇ ਵਿਦਿਆ ਮਾਰਤੰਡ ਹੁੰਦੇ ਨੇ, ਜਿਨ੍ਹਾਂ ਨੇ ਵਿਦਿਆ ਪੜ੍ਹੀ ਹੁੰਦੀ, ਉਹ ਸਮਝਦੇ ਨੇ ਕਿ ਜਦੋਂ ਅਸੀਂ ਇੱਕੋ ਸ਼ਬਦ ਨੂੰ 2 ਵਾਰੀ ਬੋਲੀਏ, ਇਹਦਾ ਮਤਲਬ ਹੁੰਦਾ ਹੈ ਕਿ ਉਹ ਸ਼ਬਦ ਬੜਾ ਹੀ ਜ਼ਰੂਰੀ ਹੁੰਦਾ ਹੈ, ਤੇ ਅਸੀਂ ਸੁਣਨ ਵਾਲੇ ਉੱਤੇ ਉਸ ਸ਼ਬਦ ਵੱਲੇ ਉਹਦਾ ਧਿਆਨ ਵਧੇਰੇ ਦਿਵਾਉਣਾ ਚਾਹੁੰਦੇ ਹੁੰਦੇ ਆ, ਕਿ ਇਸ ਸ਼ਬਦ ਵੱਲ ਜਿਹੜਾ ਮੈਂ ਦੂਜੀ ਵਾਰੀ ਬੋਲਦਾ, ਇਹਦੇ ਵੱਲ ਹੋਰ ਵਧੇਰੇ ਧਿਆਨ ਦੇ, ਇਹ ਬੜਾ ਖਾਸ ਸ਼ਬਦ ਹੈ। ਲੇਕਿਨ ਗੁਰੂ ਜੀ 3 ਵਾਰੀ ਆਖਦੇ ਨੇ, ਪਰ ਮੈਂ ਆਖਾਂ ਮੈਂ ਇੰਨਾ ਢੀਠ ਹਾਂ, ਤੁਸੀਂ ਤੇ ਨਹੀਂ ਹੋ ਵੀ 3 ਵਾਰੀ ਗੁਰੂ ਜੀ ਨੇ ਆਖਿਆ, ਮੈਂ ਤਾਂ ਵੀ ਨਹੀਂ ਮੰਨਣੀ ਗੱਲ, ਸਿਮਰਨ ਨਹੀਂ ਕਰਨਾ। ਤੇ ਆਪਣੀਆਂ ਮਨ ਮੱਤਾਂ ਪਿੱਛੇ ਉਹੀ ਮਨ ਦੀਆਂ ਸਿਆਣਪਾਂ, ਮਨ ਦੀਆਂ ਚਤੁਰਾਈਆਂ, ਲੈ ਬਾਣੀ ਪੜ੍ਹ ਲਈ ਉਹਦੇ ਨਾਲ ਠੀਕ ਤੇ ਹੈਗਾ। ਹੁਣ ਉਹ ਸਵੇਰੇ ਉਦਣ ਕੀਤਾ ਸੀ ਸਿਮਰਨ, ਗਏ ਸਾਂ ਗੁਰਦੁਆਰੇ, ਹੁਣ ਘੜੀ ਮੁੜੀ ਵਾਹਿਗੁਰੂ ਵਾਹਿਗੁਰੂ ਆਖਣ ਨਾਲ ਕੀ ਹੋਣਾ ਹੈ। ਇਹ ਸਾਰੀਆਂ ਜੀ ਸਾਡੀਆਂ ਮਨ ਦੀਆਂ ਚਲਾਕੀਆਂ ਨੇ, ਇਹ ਛੱਡਣੀਆਂ ਚਾਹੀਦੀਆਂ ਨੇ। ਗੁਰੂ ਜੀ ਕਿੰਨਾ ਜ਼ੋਰ ਦਿੰਦੇ ਨੇ ਸਿਮਰਨ ਉੱਤੇ, ਸਿਮਰ 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 ਪ੍ਰਭ ਸੋਏ। ਉਸ ਵਾਹਿਗੁਰੂ ਜੀ ਨੂੰ ਸਿਮਰਿਆ ਕਰ ਭਾਈ, ਨਾਨਕ ਬਿਘਨ ਨਾ ਲਾਗੈ ਕੋਏ। ਜੇ ਤੂੰ ਉਹਨੂੰ ਸਿਮਰੇਂਗਾ ਤੇ ਤੇਰੇ ਜੀਵਨ ਵਿੱਚ ਕਿਸੇ ਪ੍ਰਕਾਰ ਦਾ ਤੈਨੂੰ ਕੋਈ ਵਿਘਨ ਨਹੀਂ ਲੱਗੇਗਾ। ਯਾਨੀ ਪਰਮਾਰਥ ਦੇ ਰਸਤੇ ਤੇ ਤੁਰਦਿਆਂ ਤੈਨੂੰ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਏਗਾ। ਤੂੰ ਠੀਕ ਆਪਣੀ ਮੰਜ਼ਿਲ ਤੇ ਪਹੁੰਚ ਜਾਏਗਾ ਜੇ ਪ੍ਰਭੂ ਦੇ ਨਾਮ ਦਾ ਸਿਮਰਨ ਕਰੇਗਾ। ਬੰਦ ਨੰਬਰ 2 ਸ਼ੁਰੂ ਹੋ ਚੁੱਕਾ ਹੈ ਜੀ। ਇਹਦੇ ਵਿੱਚ ਗੁਰੂ ਜੀ ਆਖਦੇ ਨੇ, ਉਸਤਤ ਮਨ ਮਹਿ ਕਰ ਨਿਰੰਕਾਰ। ਨਿਰੰਕਾਰ ਦਾ ਮਤਲਬ ਹੁੰਦਾ ਆਕਾਰ ਤੋਂ ਰਹਿਤ ਪਰਮਾਤਮਾ। ਹੇ ਮੇਰੇ ਮਨਾ, ਇੱਥੇ ਮਨ ਸ਼ਬਦ ਏ ਤੇ ਮਨ ਦਾ ਨੰਨਾ ਮੁਕਤਾ, ਇਹਦਾ ਮਤਲਬ ਹੁੰਦਾ ਹੇ ਮੇਰੇ ਮਨਾ। ਹੇ ਮੇਰੇ ਮਨਾ, ਤੂੰ ਆਪਣੇ ਆਪੇ ਵਿੱਚ ਨਿਰਆਕਾਰ ਦੀ ਉਸਤਤ ਕਰਿਆ ਕਰ। ਜਾਂ ਮਨੁੱਖ ਨੂੰ ਕਹਿੰਦੇ ਨੇ ਕਿ ਹੇ ਮਨੁੱਖ, ਤੂੰ ਮਨ ਹੀ ਮਨ, ਨਿਰਆਕਾਰ ਵਾਹਿਗੁਰੂ ਜੀ ਦੀ ਉਸਤਤ ਕਰਿਆ ਕਰ। ਅਤੇ ਕਰ ਮਨ ਮੇਰੇ ਸਤ ਵਿਵਹਾਰ। ਹੁਣ ਸਤ ਵਿਵਹਾਰ ਕਿਹੜਾ, ਵੇਖੋ ਇੱਥੋਂ ਸਾਨੂੰ ਸਮਝਣਾ ਕੋਈ ਵੀ ਔਖਾ ਨਹੀਂ। ਨਿਰਆਕਾਰ ਵਾਹਿਗੁਰੂ ਜੀ ਦੀ ਮਨ ਹੀ ਮਨ ਉਸਤਤ ਕਰਨਾ, ਇਹ ਸਤ ਵਿਵਹਾਰ ਹੈ। ਸੋ ਇਹ ਉਸ ਵਾਹਿਗੁਰੂ ਜੀ ਦੀ ਉਸਤਤ ਕਿਵੇਂ ਹੁੰਦੀ ਏ? ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਹੈ ਉਸਤਤ ਕਰਨ ਦਾ ਤਰੀਕਾ, ਸਾਵਧਾਨੀ ਨਾਲ ਤੇ ਇਕਾਗਰਤਾ ਨਾਲ। ਮੈਂ ਪਿੱਛੇ ਜੇ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਵੀ ਗੱਲ ਕਰਦਾ ਸਾਂ ਕਿ ਅਸੀਂ ਜਦੋਂ ਵੀ ਸਿਮਰਨ ਕਰਨ ਲਈ ਬੈਠਦੇ ਹਾਂ, ਅਸੀਂ ਬੈਠਦੇ ਹੀ ਹਾਂ
ਤੇ ਸਾਡਾ ਮਨ ਆਖਦਾ ਤੂੰ ਬਹਿ, ਤੂੰ ਜਪਜੀ ਸਾਹਿਬ ਪੜ੍ਹ, ਮੈਂ ਆਉਣਾ। ਇਹ ਸਾਨੂੰ ਉੱਥੇ ਬਿਠਾ ਕੇ ਹੱਥ ਵਿੱਚ ਗੁਟਕਾ ਦੇ ਕੇ ਆਪ ਚਲਾ ਜਾਂਦਾ ਹੈ। ਇੱਧਰ ਉੱਧਰ, ਕਦੀ ਬੱਚਿਆਂ ਵੱਲ, ਕਦੀ ਕੰਮ ਵੱਲ, ਕਦੀ ਕਥਾ ਵੱਲ, ਕਦੀ ਕੀਰਤਨ ਵੱਲ, ਕਦੀ ਇੰਡੀਆ ਦੌੜ ਗਿਆ, ਕਦੀ ਇੱਥੇ ਉੱਥੇ, ਬਸ ਇਹੋ ਕੁਝ ਇਹ ਕਰਦਾ ਹੈ। ਸਾਨੂੰ ਇਹ ਚਕਮਾ ਦਿੰਦਾ, ਇਹਨੂੰ ਕਹਿੰਦੇ ਨੇ ਸਾਨੂੰ ਚਕਮਾ ਦੇ ਕੇ ਫਲਾਣਾ ਬੰਦਾ ਭੱਜ ਗਿਆ ਸੀ। ਇਹ ਮਨ ਸਾਨੂੰ ਚਕਮੇ ਦਿੰਦਾ ਹੈ, ਸਾਨੂੰ ਕਹਿੰਦਾ ਤੂੰ ਬਹਿ। ਗੁਰਦੁਆਰੇ ਗਿਆ ਨੂੰ ਕਹਿੰਦਾ ਤੂੰ ਬਹਿ, ਇੱਥੇ ਕੀਰਤਨ ਸੁਣ ਤੇ ਮੈਂ ਹੁਣੇ ਆਉਣਾ। ਉੱਥੇ ਸਾਡਾ 5 ਤੱਤਾਂ ਦਾ ਮਿੱਟੀ ਦਾ ਭਾਂਡਾ ਪਿਆ ਰਹਿੰਦਾ, ਆਪ ਉਹ ਵਿੱਚੋਂ ਨਿਕਲ ਜਾਂਦਾ ਹੈ। ਗੁਰੂ ਜੀ ਆਖਦੇ ਨੇ ਇਹ ਉਸਤਤ ਕਰਨ ਦਾ ਤਰੀਕਾ ਨਹੀਂ, ਨਾ ਕੀਰਤਨ ਕਰਨ ਦਾ, ਨਾ ਕਥਾ ਕਰਨ ਦਾ। ਮਨ ਤੇਰਾ ਹਾਜ਼ਰ ਰਵੇ, ਚਾਹੇ ਤੂੰ ਕੀਰਤਨ ਕਰੇ, ਚਾਹੇ ਤੂੰ ਕਥਾ ਕਰੇ, ਚਾਹੇ ਤੂੰ ਸੁਣੇ, ਚਾਹੇ ਤੂੰ ਬਾਣੀ ਦਾ ਪਾਠ ਕਰੇ ਜਾਂ ਸੁਣੇ, ਤੇਰਾ ਮਨ ਉਹਦੇ ਵਿੱਚ ਹਾਜ਼ਰ ਰਹਿਣਾ ਚਾਹੀਦਾ ਹੈ। ਇਹ ਹੈ ਜੀ ਤਰੀਕਾ ਉਸਤਤ ਕਰਨ ਦਾ। ਇਹ ਹੈ ਸੱਚਾ ਵਿਵਹਾਰ ਸੰਸਾਰ ਦੇ ਅੰਦਰ। ਜੇ ਕੋਈ ਸੱਚਾ ਕਰਮ ਹੈ ਸਾਡੇ ਕਰਨਯੋਗ, ਤੇ ਉਹ ਹੈ ਕਰ ਮਨ ਮੇਰੇ, ਹੇ ਮੇਰੇ ਮਨਾ ਇਸ ਸੱਚੇ ਵਿਹਾਰ ਨੂੰ ਕਰ, ਕਿ ਵਾਹਿਗੁਰੂ ਜੀ ਦੀ ਉਸਤਤ ਕਰਿਆ ਕਰ ਤੇ ਉਹਦੇ ਵਿੱਚ ਟਿਕ ਕੇ ਬੈਠਿਆ ਕਰ, ਉਹਨੂੰ ਛੱਡ ਕੇ ਨਾ ਦੌੜਿਆ ਕਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਇਹਨੂੰ ਅੰਮ੍ਰਿਤ ਨਹੀਂ ਜੀ ਪੜ੍ਹਨਾ ਹੁੰਦਾ, ਅੰਮ੍ਰਿਤ ਪੜ੍ਹਨਾ ਹੁੰਦਾ ਹੈ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੇਹ ਜੀਓ। ਇਹ ਜਿਹੜਾ ਨਿਰਮਲ ਸ਼ਬਦ ਇਹ ਰਸਨਾ ਲਈਏ, ਤੇ ਅੰਮ੍ਰਿਤ ਆਪਾਂ ਸਮਝਦੇ ਹਾਂ ਵਾਹਿਗੁਰੂ ਜੀ ਦਾ ਪਵਿੱਤਰ ਨਾਮ, ਜਿਹੜਾ ਸਾਨੂੰ ਮ੍ਰਿਤੂ ਰਹਿਤ ਕਰ ਦਿੰਦਾ ਹੈ। ਜਿਸ ਵੀ ਮਨੁੱਖ ਨੇ ਵਾਹਿਗੁਰੂ ਜੀ ਦਾ ਅੰਮ੍ਰਿਤਮਈ ਨਾਮ ਰੂਪੀ ਜਲ ਪੀ ਲਿਆ, ਉਹ ਜਨਮ ਤੇ ਮਰਨ ਦੇ ਗੇੜ ਤੋਂ ਆਜ਼ਾਦ ਹੋ ਜਾਂਦਾ ਹੈ। ਤੇ ਗੁਰੂ ਜੀ ਸਾਡੀ ਰਸਨਾ ਨੂੰ ਆਖਦੇ ਨੇ, ਨਿਰਮਲ ਰਸਨਾ ਅੰਮ੍ਰਿਤ ਪੀਓ, ਹੇ ਮੇਰੀ ਪਵਿੱਤਰ ਰਸਨਾ, ਤੂੰ ਵਾਹਿਗੁਰੂ ਜੀ ਦੇ ਨਾਮ ਰੂਪ ਅੰਮ੍ਰਿਤ ਨੂੰ ਪੀ। ਤੇ ਇੱਕ ਥਾਂ ਤੇ ਗੁਰੂ ਜੀ ਨੇ ਨਾ ਸਾਡੀ ਰਸਨਾ ਵਾਸਤੇ ਸ਼ਬਦ ਵਰਤੇ ਹੋਏ ਨੇ, ਨਾਮ ਕਹਿਤ ਗੋਵਿੰਦ ਕਾ ਸੂਚੀ ਭਈ ਰਸਨਾ। ਇਹ ਸਾਡੀ ਰਸਨਾ ਨੇ ਨਿਰਮਲ ਕਿਵੇਂ ਹੋਣਾ ਹੈ? ਪਹਿਲਾਂ ਇਹ ਨਿਰਮਲ ਹੋਏਗੀ, ਫਿਰ ਇਹ ਅੰਮ੍ਰਿਤ ਪੀਏਗੀ। ਇਹ ਮੈਲੀ ਅੰਮ੍ਰਿਤ ਨਹੀਂ ਪੀ ਸਕਦੀ। ਇਸ ਨੂੰ ਨਿਰਮਲ ਕਰਨ ਲਈ ਸਾਨੂੰ ਵਾਹਿਗੁਰੂ ਜੀ ਦੇ ਨਾਮ ਦਾ ਜਪ ਬਾਰ-ਬਾਰ ਕਰਨਾ ਹੋਏਗਾ। ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਵਾਹਿਗੁਰੂ ਜੀ ਦਾ ਨਾਮ ਕਹਿੰਦਿਆਂ ਕਹਿੰਦਿਆਂ, ਵਾਹਿਗੁਰੂ ਵਾਹਿਗੁਰੂ ਜਪਦਿਆਂ ਜਪਦਿਆਂ ਇਹ ਰਸਨਾ ਮੈਲ ਤੋਂ ਰਹਿਤ ਹੋ ਜਾਂਦੀ ਹੈ। ਰਸਨਾ ਨੂੰ ਮੈਲ ਕਾਹਦੀ ਲੱਗਦੀ ਹੈ ਜੀ? ਇਹਦੇ ਉੱਤੇ ਕੋਈ ਮੈਲ ਨਹੀਂ ਜੰਮ ਜਾਂਦੀ, ਮਿੱਟੀ ਘੱਟਾ ਨਹੀਂ ਜਾਂਦਾ। ਚਸਕੇ ਜਿਹੜੇ ਨੇ ਜੀਭ ਦੇ, ਜਿਹਨੂੰ ਆਪਾਂ ਸਵਾਦ ਆਖਦੇ ਹਾਂ, ਉਹੋ ਹੀ ਮੈਲ ਹੈ ਰਸਨਾ ਦੀ। ਅਸੀਂ ਮੂੰਹ ਨਾਲ ਬੋਲਦੇ ਹਾਂ, ਜਦੋਂ ਅਸੀਂ ਝੂਠ ਬੋਲਦੇ ਹਾਂ ਤੇ ਸਾਡੀ ਰਸਨਾ ਮੈਲੀ ਹੁੰਦੀ ਹੈ। ਜਦੋਂ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ, ਉਦੋਂ ਸਾਡੀ ਰਸਨਾ ਮੈਲੀ ਹੁੰਦੀ ਹੈ। ਸਾਨੂੰ ਪਿਛਲੀ ਪੂਰੀ ਅਸ਼ਟਪਦੀ ਵਿੱਚ ਨਿੰਦਿਆ ਤੋਂ ਗੁਰੂ ਜੀ ਨੇ ਹੋੜਿਆ ਕਿ ਨਿੰਦਿਆ ਨਹੀਂ ਕਰਨੀ। ਨਿੰਦਿਆ ਕਰਨ ਨਾਲ ਸਾਡੀ ਰਸਨਾ ਮੈਲੀ ਹੋ ਜਾਂਦੀ ਹੈ, ਫਿਰ ਇਹ ਅੰਮ੍ਰਿਤ ਪੀਣ ਜੋਗੀ ਨਹੀਂ ਰਹਿ ਜਾਂਦੀ। ਸੋ ਗੁਰੂ ਜੀ ਨੇ ਆਖਿਆ ਆਪਣੀ ਰਸਨਾ ਨੂੰ ਪਹਿਲਾਂ ਪਵਿੱਤਰ ਕਰੋ, ਇਹਨੂੰ ਨਿਰਮਲ ਕਰੋ। ਤੇ ਨਿਰਮਲ ਹੋਣਾ ਵਾਹਿਗੁਰੂ ਜੀ ਦੇ ਨਾਮ ਦੁਆਰਾ ਜਪ ਜਪ ਕੇ। ਫਿਰ ਆਖਦੇ ਨੇ ਨਿਰਮਲ ਰਸਨਾ ਅੰਮ੍ਰਿਤ ਪੀਓ। ਹੁਣ ਤੂੰ ਅੰਮ੍ਰਿਤ ਪੀਣ ਦੇ ਯੋਗ ਹੋ ਗਈ ਹੈ, ਤੇ ਹੁਣ ਤੂੰ ਵਾਹਿਗੁਰੂ ਜੀ ਦੇ ਨਾਮ ਅੰਮ੍ਰਿਤ ਨੂੰ ਪੀ। ਅੰਮ੍ਰਿਤ ਪੀਣ ਨਾਲ ਕੀ ਹੋਏਗਾ? ਸਦਾ ਸੁਹੇਲਾ ਕਰ ਲਹਿ ਜੀਓ। ਆਪਣੇ ਜੀ ਨੂੰ, ਆਪਣੀ ਜਿੰਦ ਨੂੰ ਸਦਾ ਲਈ ਸੁਹੇਲਾ ਮਤਲਬ ਸੌਖਾ ਬਣਾ ਲੈ। ਸਦਾ ਲਈ ਕਸ਼ਟਾਂ ਤੋਂ, ਦੁੱਖਾਂ ਤਕਲੀਫਾਂ ਤੋਂ, ਇਸ ਜਨਮ ਮਰਨ ਦੇ ਗੇੜ ਤੋਂ ਆਪਣੇ ਆਪ ਨੂੰ ਉੱਚਾ ਉਠਾ। ਤੇ ਉੱਚਾ ਉਠਾਣਾ ਹੈ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਜਲ ਨੂੰ ਪੀ ਕੇ। ਅੱਗੇ ਆਖਦੇ ਨੇ ਨੈਣੋ ਪੇਖ ਠਾਕੁਰ ਕਾ ਰੰਗ। ਆਪਣੀਆਂ ਅੱਖਾਂ ਦੇ ਨਾਲ ਐ ਇਨਸਾਨ ਤੂੰ ਵਾਹਿਗੁਰੂ ਜੀ ਦੇ ਇਸ ਰੰਗ ਨੂੰ ਵੇਖ। ਉਹਦਾ ਰੰਗ ਕੀ ਹੈ? ਇਹ ਪੂਰਾ ਬ੍ਰਹਿਮੰਡ ਜੀ ਉਹਦਾ ਰੰਗ ਹੈ। ਆਕਾਸ਼ ਵਿੱਚ ਵੇਖੋ ਰਾਤ ਨੂੰ ਕਿਆ ਨਜ਼ਾਰੇ ਨਜ਼ਰ ਆਉਂਦੇ ਨੇ। ਅਰਬਾਂ ਖਰਬਾਂ ਦੀ ਗਿਣਤੀ ਵਿੱਚ ਉੱਤੇ ਚੰਦ ਸਿਤਾਰੇ,
ਚਮਕ ਰਹੇ ਨੇ, ਦਿਨੇ ਵੇਖੋ ਸੂਰਜ ਨਿਕਲ ਆਉਂਦਾ ਹੈ। ਇਹ ਸਾਰਾ ਬ੍ਰਹਿਮੰਡ ਕਿਸ ਤਰ੍ਹਾਂ ਇੱਕ ਚਾਲ ਵਿੱਚ ਬੱਝਾ ਹੋਇਆ ਘੁੰਮ ਰਿਹਾ, ਇਹ ਸਾਰਾ ਵਾਹਿਗੁਰੂ ਜੀ ਦਾ ਰੰਗ ਹੈ ਜੀ। ਜਦੋਂ ਅਸੀਂ ਮਾਤਾ ਦੇ ਉਦਰ ਵਿੱਚ ਹੁੰਦੇ ਆ, ਉਹ ਵੀ ਇੱਕ ਵਾਹਿਗੁਰੂ ਦਾ ਰੰਗ ਹੈ। ਇਹ ਜੀਵ ਮਾਂ ਦੇ ਉਦਰ ਤੋਂ ਇਸ ਸੰਸਾਰ ਵਿੱਚ ਆਉਂਦਾ ਹੈ, ਇਹ ਵੀ ਵਾਹਿਗੁਰੂ ਦਾ ਇੱਕ ਰੰਗ ਹੈ। ਉਦੋਂ ਇਹਦੀ ਹਾਲਤ ਕਿਹੋ ਜਿਹੀ ਹੁੰਦੀ ਏ, ਵੱਡਾ ਹੁੰਦਾ ਕਿਵੇਂ ਦੀ ਹਾਲਤ ਬਦਲਦੀ ਏ, ਫਿਰ ਬਜ਼ੁਰਗ ਅਵਸਥਾ ਵਿੱਚ ਜਾਂਦਾ ਕਿਵੇਂ ਇਹਦੀ ਹਾਲਤ ਬਦਲ ਜਾਂਦੀ ਏ। ਸੋ ਹਰ ਪਲ ਹਰ ਛਿਨ ਮਨੁੱਖ ਦੀ ਹਾਲਤ ਜਿਹੜੀ ਏ ਉਹ ਤਬਦੀਲ ਹੁੰਦੀ ਏ। ਮਿੱਟੀ ਤੋਂ ਪੈਦਾ ਹੋਇਆ ਸੀ, ਅਖੀਰ ਮਿੱਟੀ ਵਿੱਚ ਜਾ ਮਿਲਦਾ ਹੈ। ਇਹ ਵਾਹਿਗੁਰੂ ਜੀ ਦਾ ਰੰਗ ਏ ਜੀ। ਇਸ ਨੂੰ ਗੁਰੂ ਜੀ ਆਖਦੇ ਨੇ, ਆਪਣੀਆਂ ਅੱਖਾਂ ਨਾਲ ਵੇਖ ਤੇ ਸਤ ਵਿਵਹਾਰ ਕਰਿਆ ਕਰ। ਵਾਹਿਗੁਰੂ ਜੀ ਦੇ ਗੁਣ ਗਾਇਆ ਕਰ, ਜਿਨ੍ਹੇ ਤੈਨੂੰ ਇਹ ਸੋਹਣਾ ਜੀਵਨ ਦਿੱਤਾ ਹੈ। ਸਾਧ ਸੰਗ ਬਿਨਸੈ ਸਭ ਸੰਗ, ਇਹ ਦੋ ਸੰਗ ਨੇ ਜੀ, ਇਹਨਾਂ ਵੱਲ ਧਿਆਨ ਦਿਆ ਜੇ। ਪਹਿਲਾ ਸੰਗ ਸਿਹਾਰੀ ਨਾਲ ਏ ਗੱਗੇ ਨੂੰ, ਤੇ ਦੂਜਾ ਸੰਗ ਜਿਹੜਾ ਗੱਗੇ ਨੂੰ ਔਂਕੜ ਨਾਲ ਏ। ਇਹ ਇਸ ਤਰ੍ਹਾਂ ਕਹਿੰਦੇ ਨੇ ਕਿ ਜਿਨ੍ਹਾਂ ਲੋਕਾਂ ਨੇ ਵਿਆਕਰਨ ਦੀ ਕਾਢ ਕੱਢੀ ਏ, ਉਹ ਕਹਿੰਦੇ ਨੇ ਇਹਦੇ ਨਾਲ ਫਰਕ ਪੈਂਦਾ ਹੈ, ਸਿਹਾਰੀ ਨਾਲ ਤੇ ਔਂਕੜ ਨਾਲ। ਸੰਗ ਸ਼ਬਦ ਇੱਕੋ ਹੀ ਏ, ਲੇਕਿਨ ਸਿਹਾਰੀ ਲੱਗਣ ਨਾਲ ਤੇ ਔਂਕੜ ਲੱਗਣ ਨਾਲ ਜਿਹੜਾ ਫਰਕ ਪੈ ਜਾਂਦਾ, ਆਪਾਂ ਉਹਨੂੰ ਸਮਝਦੇ ਹਾਂ। ਸਾਧ ਸੰਗ, ਸਾਧੂਆਂ ਦੀ ਸੰਗਤ ਕਰਨ ਨਾਲ, ਇਹ ਸਿਹਾਰੀ ਨਾਲ ਦੇ ਅਰਥ ਦਿੰਦੀ ਏ। ਸਾਧੂਆਂ ਦੀ ਸੰਗਤ ਕਰਨ ਨਾਲ, ਇਹਦਾ ਮਤਲਬ ਹੁੰਦਾ ਹੈ ਕਿ ਸੰਬੰਧਕੀ ਅਰਥ। ਬਿਨਸੈ ਸਭ ਸੰਗ, ਹੋਰ ਜਿਹੜਾ ਸੰਗ ਹੈ ਜਿਹਨੂੰ ਅਸੀਂ ਕੁਸੰਗ ਕਹਿ ਸਕਦੇ ਹਾਂ, ਉਹ ਸੰਗ ਬਿਨਸ ਜਾਂਦਾ ਹੈ। ਸਾਧੂਆਂ ਦੀ ਸੰਗਤ ਕਰਨ ਨਾਲ ਜਿਹੜਾ ਅਸੀਂ ਵਿਕਾਰਾਂ ਦਾ ਸੰਗ ਕਰਦੇ ਹਾਂ, ਉਹ ਸੰਗ ਬਿਨਸ ਜਾਂਦਾ ਹੈ। ਸੋ ਇਹ ਅਸੀਂ ਹਮੇਸ਼ਾ ਸਾਧੂਆਂ ਦੀ ਸੰਗਤ ਕਰਨੀ ਹੈ। ਹੁਣ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸੰਗਤ ਕਰਨੇ ਆ ਪਏ, ਹੁਣ ਆਪਾਂ ਸ਼ਬਦ ਗੁਰੂ ਦੀ ਸੰਗਤ ਕਰਦੇ ਆ ਪਏ। ਜਦੋਂ ਇਹ ਸੰਗਤ ਨਾ ਮਿਲੇ, ਕਿਤੇ ਤੁਹਾਨੂੰ ਪਤਾ ਲੱਗੇ ਕੋਈ ਮਹਾਂਪੁਰਸ਼ ਆਏ ਨੇ, ਕੋਈ ਗਿਆਨੀ ਜਨ ਆਏ ਨੇ, ਕੋਈ ਵਿਦਵਾਨ ਸੱਜਣ ਆਏ ਨੇ ਸਾਡੇ ਨੇੜੇ ਤੇੜੇ, ਸਾਨੂੰ ਉਹਨਾਂ ਦੀ ਸੰਗਤ ਵੀ ਜ਼ਰੂਰ ਕਰਨੀ ਚਾਹੀਦੀ ਏ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਕਈ ਵਾਰੀ ਮੈਂ ਸਿੱਖ ਪ੍ਰਚਾਰਕਾਂ ਤੋਂ ਸੁਣ ਲੈਣਾ ਤੇ ਮੈਨੂੰ ਉਹ ਪਹਿਲਾਂ ਚੰਗਾ ਲੱਗਦਾ ਹੁੰਦਾ ਸੀ ਉਹ ਵੀ, ਪਰ ਹੁਣ ਨਹੀਂ ਚੰਗਾ ਲੱਗਦਾ। ਜਿਹੜੀ ਸਾਧੂਆਂ ਦੀ ਸੰਗਤ ਏ, ਇਹ ਸਾਡੇ ਜੀਵਨ ਨੂੰ ਪਰਮਾਰਥ ਦੇ ਰਾਹ ਉੱਤੇ ਅੱਗੇ ਪਹੁੰਚਾਉਣ ਲਈ ਬਹੁਤ ਸਹਾਇਤਾ ਕਰਦੀ ਹੈ। ਤੁਸੀਂ ਜੇ ਰਘਬੀਰ ਸਿੰਘ ਵੀਰ ਹੁਰਾਂ ਨੂੰ ਪੜ੍ਹੋ ਤੇ ਉਹ ਕਹਿੰਦੇ ਨੇ, ਮੈਂ ਸਿਮਰਨ ਕਰਦਿਆਂ ਕਰਦਿਆਂ ਪਰਮਾਰਥ ਦੇ ਰਸਤੇ 'ਤੇ ਜਿੱਥੇ ਕਿਤੇ ਰੁਕ ਜਾਂਦਾ ਸਾਂ, ਜਿੱਥੇ ਕਿਤੇ ਰੁਕਾਵਟ ਬਣ ਜਾਂਦੀ ਸੀ, ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਹੁਣ ਇਸ ਤੋਂ ਅੱਗੇ ਮੈਂ ਕੀ ਕਰਨਾ ਹੈ। ਤੇ ਮੈਂ ਗੁਰਬਾਣੀ ਪੜ੍ਹਦਾ ਸਾਂ, ਕਈ ਚੀਜ਼ਾਂ ਗੁਰਬਾਣੀ ਵਿੱਚੋਂ ਸਪਸ਼ਟ ਹੋ ਜਾਂਦੀਆਂ ਸਨ, ਤੇ ਕਈਆਂ ਚੀਜ਼ਾਂ ਦੀ ਮੈਨੂੰ ਫਿਰ ਵੀ ਨਹੀਂ ਸੀ ਸਮਝ ਆਉਂਦੀ। ਤੇ ਫਿਰ ਮੈਂ ਕਿਸੇ ਸਾਧੂ ਮਹਾਂਪੁਰਸ਼ ਕੋਲ ਜਾਂਦਾ ਸਾਂ, ਉਹਨਾਂ ਨੂੰ ਪੁੱਛਿਆ ਕਰਦਾ ਸਾਂ, ਤੇ ਭਾਵੇਂ ਉਹ ਗੁਰਬਾਣੀ ਵਿੱਚੋਂ ਹੀ ਮੈਨੂੰ ਸਮਝਾਉਂਦੇ ਸਨ, ਪਰ ਇਹ ਉਹਨਾਂ ਦੀ ਵਡਿਆਈ ਕਿ ਮੈਨੂੰ ਗੁਰਬਾਣੀ ਵਿੱਚੋਂ ਸਮਝਾ ਸਕੇ, ਮੈਂ ਆਪਣੇ ਆਪ ਨਾ ਸਮਝ ਸਕਿਆ। ਇਸ ਲਈ ਸਾਧੂਆਂ ਦੀ ਸੰਗਤ ਕਰਨੀ ਹੈ ਕਿ ਜਿੱਥੇ ਕਿਤੇ ਸਾਡੇ ਜੀਵਨ ਵਿੱਚ ਪਰਮਾਰਥ ਦੇ ਰਾਹ 'ਤੇ ਤੁਰਦਿਆਂ ਰੁਕਾਵਟ ਖੜੀ ਹੋ ਜਾਏ, ਸਾਨੂੰ ਸਮਝ ਨਾ ਪਵੇ ਕਿ ਅੱਗੇ ਹੁਣ ਕੀ ਕਰਨਾ ਹੈ, ਫਿਰ ਉੱਥੋਂ ਸਾਨੂੰ ਸਾਧੂ ਉਸ ਰੁਕਾਵਟ ਤੋਂ ਅੱਗੇ ਤੋਰ ਦਿੰਦੇ ਨੇ ਵੀ ਇਹ ਰੁਕਾਵਟ ਇਸ ਕਰਕੇ ਆ ਤੇ ਇਸ ਤਰ੍ਹਾਂ ਇਹਦਾ ਹੱਲ ਹੋ ਸਕਦਾ ਹੈ। ਸੋ ਇਹ ਸਾਧੂਆਂ ਦੀ ਸੰਗਤ ਜ਼ਰੂਰ ਕਰਨੀ ਹੈ ਜੀ। ਤੇ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਇਹ ਜਿਹੜਾ ਵਿਕਾਰਾਂ ਦਾ ਸੰਗ ਆਪਾਂ ਹੁਣ ਕਰ ਰਹੇ ਹਾਂ, ਤੁਸੀਂ ਤੇ ਨਹੀਂ, ਮੈਂ ਆਪਣੀ ਗੱਲ ਕਰਦਾ ਜੀ, ਮੈਂ ਜਿਹੜਾ ਇਹ ਸੰਗ ਕਰ ਰਿਹਾ ਇਹ ਫਿਰ ਬਿਨਸ ਜਾਏਗਾ, ਇਹ ਖਤਮ ਹੋ ਜਾਏਗਾ। ਅੱਗੇ ਗੁਰੂ ਜੀ ਨੇ ਆਖਿਆ, ਚਰਨ ਚੱਲੋ ਮਾਰਗ ਗੋਬਿੰਦ, ਰਸਤੇ ਉੱਤੇ। ਇਹ ਵੀ ਸੰਬੰਧਕੀ ਸ਼ਬਦ ਅਰਥ ਰੱਖਦਾ ਹੈ ਗੱਗੇ ਨੂੰ, ਸਿਹਾਰੀ ਵਾਲਾ ਮਾਰਗ। ਚਰਨ ਚੱਲੋ ਮਾਰਗ ਗੋਬਿੰਦ, ਆਪਣੇ ਪੈਰਾਂ ਦੁਆਰਾ ਗੋਬਿੰਦ ਦੇ ਮਾਰਗ ਤੇ ਚੱਲੋ। ਗੋਬਿੰਦ ਤੇ ਮਾਰਗ ਤੇ ਚੱਲਣ ਨਾਲ ਕੀ ਹੋਏਗਾ? ਮਿਟ ਹੈ ਪਾਪ, ਸਾਰੇ ਪਾਪ ਮਿਟ ਜਾਣਗੇ। ਤੇ ਗੋਬਿੰਦ ਦਾ ਮਾਰਗ ਜਪੀਐ ਹਰ ਬਿੰਦ। ਥੋੜੇ ਤੋਂ ਥੋੜਾ ਸਮਾਂ ਵੀ ਸਾਨੂੰ ਹਰ ਵਕਤ ਵਾਹਿਗੁਰੂ ਜੀ ਦੇ ਨਾਮ ਦਾ ਜਪ ਜਿਹੜਾ ਹੈ ਉਹ ਕਰਦੇ ਰਹਿਣਾ ਚਾਹੀਦਾ ਹੈ। ਆਪਾਂ ਬਹੁਤ ਵਾਰੀ ਰਾਗੀ ਸਿੰਘਾਂ ਤੋਂ ਨਾ ਉਹ ਇੱਕ
ਭਾਈ ਗੁਰਦਾਸ ਜੀ ਦੀ ਬਾਣੀ ਦਾ ਸ਼ਬਦ ਏ, ਉਹ ਆਪਾਂ ਸੁਣਦੇ ਹੁੰਨੇ ਆ, ਜਿਹਦੇ ਵਿੱਚ ਉਹ ਆਖਿਆ ਗਿਆ ਹੈ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜੇ ਅਸੀਂ ਗੋਬਿੰਦ ਮੈਨੇ ਇੱਥੇ ਆ ਪ੍ਰਮਾਤਮਾ, ਜੇ ਪ੍ਰਮਾਤਮਾ ਦੇ ਰਾਹ ਤੇ ਤੁਰੀਏ, ਯਾਨੀ ਪਰਮਾਰਥ ਦੇ ਰਾਹ ਤੇ, ਪਰਮਾਤਮਾ ਦਾ ਰਾਹ ਹੋਰ ਕੋਈ ਨਹੀਂ, ਕੋਈ ਸੜਕ ਨਹੀਂ ਬਣੀ ਹੋਈ, ਬਸ ਪਰਮਾਤਮਾ ਦਾ ਰਾਹ ਹੈ ਪਰਮਾਰਥ। ਪਰਮਾਰਥ ਤੇ ਚੱਲਣਾ, ਅਧਿਆਤਮਿਕ ਜੀਵਨ ਜਿਉਣਾ, ਇਹ ਗੋਬਿੰਦ ਦਾ ਮਾਰਗ ਹੈ, ਵਾਹਿਗੁਰੂ ਜੀ ਦਾ ਰਸਤਾ ਹੈ, ਯਾਨੀ ਉਹਦੇ ਘਰ ਨੂੰ ਇਹ ਰਾਹ ਜਾਂਦਾ ਹੈ। ਤੇ ਸਾਨੂੰ ਆਪਣੇ ਪੈਰਾਂ ਨਾਲ ਉਸ ਮਾਰਗ ਤੇ ਚੱਲਣਾ ਚਾਹੀਦਾ ਹੈ। ਭਾਵ ਸਾਡੀ ਜ਼ਿੰਦਗੀ ਉਸ ਪਾਸੇ ਨੂੰ ਅੱਗੇ ਵਧੇ ਕਿ ਅਸੀਂ ਸਹਿਜੇ ਸਹਿਜੇ ਆਪਣੀ ਮੰਜ਼ਿਲ ਤੇ ਪਹੁੰਚ ਜਾਈਏ, ਤੇ ਸਾਡੀ ਮੰਜ਼ਿਲ ਹੈ ਵਾਹਿਗੁਰੂ ਜੀ ਦੇ ਵਿੱਚ ਲੀਨ ਹੋ ਜਾਣਾ, ਉਹਦੇ ਵਿੱਚ ਸਮਾ ਜਾਣਾ। ਸੋ ਅਸੀਂ ਜੇ ਇੱਕ ਕਦਮ ਵਾਹਿਗੁਰੂ ਜੀ ਵੱਲੇ ਤੁਰਦੇ ਹਾਂ ਤੇ ਉਹ ਕੋਟ ਪੈਂਡਾ ਅੱਗੇ ਹੋਏ ਲੇਤ ਹੈ, ਉਹ ਸਾਡੇ ਵੱਲ ਨੂੰ ਕਰੋੜਾਂ ਕਦਮ ਪੁੱਟ ਕੇ ਆਉਂਦਾ ਹੈ। ਤੇ ਜਦੋਂ ਅਸੀਂ ਇਸ ਤਰ੍ਹਾਂ ਉਸ ਦੇ ਮਾਰਗ ਤੇ ਚੱਲਦੇ ਹਾਂ, ਵਾਹਿਗੁਰੂ ਜੀ ਦੇ ਨਾਮ ਦਾ ਜਪ ਕਰਦੇ ਹਾਂ, ਅਸਲ ਵਿੱਚ ਪਰਮਾਰਥ ਤੇ ਚੱਲਣਾ ਵਾਹਿਗੁਰੂ ਜੀ ਦੇ ਨਾਮ ਦਾ ਜਪ ਕਰਨਾ ਹੀ ਹੈ। ਸੇਵਾ ਕਰਨੀ, ਸਿਮਰਨ ਕਰਨਾ, ਭਲੇ ਕਰਮ ਕਮਾਉਣੇ, ਸਤ ਸੰਤੋਖ ਦਇਆ ਧਰਮ ਆਦਿਕ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਅਪਣਾ ਲੈਣਾ, ਇਹੋ ਹੀ ਗੋਬਿੰਦ ਦਾ ਮਾਰਗ ਹੈ। ਇਸ ਤੇ ਚੱਲਣ ਦੇ ਨਾਲ ਸਾਰੇ ਪਾਪ ਜਿਹੜੇ ਨੇ ਉਹ ਮਿਟ ਜਾਂਦੇ ਨੇ। ਗੁਰੂ ਪੰਜਵੇਂ ਪਾਤਸ਼ਾਹ ਨੇ ਆਖਿਆ ਸੀ, ਚਰਨ ਹੈ ਗੋਬਿੰਦ ਮਾਰਗ ਸੁਹਾਵਾ। ਇਹਨਾਂ ਪੈਰਾਂ ਲਈ ਜੇ ਕੋਈ ਸੋਹਣਾ ਮਾਰਗ ਹੈ ਚੱਲਣ ਵਾਸਤੇ, ਤੇ ਉਹ ਗੋਬਿੰਦ ਦਾ ਮਾਰਗ ਹੀ ਹੈ। ਸਾਡੇ ਪੈਰ ਬਹੁਤ ਪਾਸਿਆਂ ਨੂੰ ਜਾਂਦੇ ਨੇ ਜੀ। ਮਨੁੱਖਤਾ ਦੇ ਆਖੀਏ, ਮਨੁੱਖਤਾ ਦੇ ਪੈਰ, ਕੋਈ ਚੋਰੀ ਕਰਨ ਜਾਂਦਾ ਹੈ, ਕੋਈ ਮਾੜਿਆਂ ਕਰਮਾਂ ਨੂੰ ਤੁਰਿਆ ਜਾਂਦਾ ਹੈ, ਕੋਈ ਕਿਸੇ ਦਾ ਘਰ ਭੰਨਣ ਤੁਰਿਆ ਜਾਂਦਾ ਹੈ, ਕੋਈ ਕਿਸੇ ਨੂੰ ਕਤਲ ਕਰਨ ਤੁਰਿਆ ਜਾਂਦਾ ਹੈ। ਇਹ ਸਾਰੇ ਰਸਤੇ ਹੀ ਨੇ ਨਾ ਜੀ, ਵੱਖਰੇ ਵੱਖਰੇ। ਕੋਈ ਕਿਸੇ ਰਾਹ ਤੇ ਪਿਆ ਹੋਇਆ, ਕੋਈ ਕਿਸੇ ਰਾਹ ਤੇ ਪਿਆ ਹੋਇਆ ਹੈ। ਤੇ ਗੁਰੂ ਜੀ ਆਖਦੇ ਨੇ, ਇਹਨਾਂ ਸਾਰਿਆਂ ਰਾਹਾਂ ਤੋਂ ਇੱਕ ਸੋਹਣਾ ਰਸਤਾ ਜੇ ਚਰਨ ਹੈ ਗੋਬਿੰਦ। ਵਾਹਿਗੁਰੂ ਜੀ ਦੇ ਰਾਹ ਉੱਤੇ ਸਾਡੇ ਚਰਨ ਤੁਰ ਪੈਣ, ਸਾਡੇ ਪੈਰ ਉਸ ਰਸਤੇ ਤੇ ਤੁਰ ਪੈਣ, ਇਹ ਮਾਰਗ ਸਭ ਤੋਂ ਸੋਹਣਾ ਮਾਰਗ ਏ। ਤੇ ਆਪਾਂ ਜੀ ਜਿੰਨੇ ਵੀ ਭੈਣ ਭਰਾ ਗੁਰੂ ਜੀ ਦੀ ਬਾਣੀ ਨੂੰ ਪੜ੍ਹਦੇ, ਸੁਣਦੇ, ਸਮਝਦੇ ਹਾਂ, ਆਪਾਂ ਕਿਸੇ ਮਾੜੇ ਮਾਰਗ ਤੇ ਨਹੀਂ ਪੈਣਾ, ਕਦੇ ਵੀ ਨਹੀਂ ਪੈਣਾ। ਹਮੇਸ਼ਾ ਇਹ ਸੋਹਣਾ ਰਾਹ ਸਾਨੂੰ ਗੁਰੂ ਜੀ ਨੇ ਵਿਖਾਇਆ, ਪ੍ਰਭੂ ਦੀ ਭਗਤੀ ਵਾਲਾ, ਆਪਾਂ ਇਸ ਰਾਹ ਤੇ ਹੀ ਰਹਿਣਾ। ਹੁਣ ਗੁਰੂ ਨੇ ਪਾਇਆ, ਆਪਾਂ ਆਪੇ ਨਹੀਂ ਪਏ। ਗੁਰੂ ਮਹਾਰਾਜ ਨੇ ਆਪਾਂ ਨੂੰ ਇਸ ਰਸਤੇ ਤੇ ਪਾ ਦਿੱਤਾ। ਤੇ ਮਨ ਹੀ ਮਨ ਸਦਾ ਹੀ ਅਰਦਾਸ ਕਰਦੇ ਰਿਹਾ ਕਰੋ ਗੁਰੂ ਪਰਮੇਸ਼ਵਰ ਅੱਗੇ ਕਿ ਅਸੀਂ ਇਸ ਰਾਹ ਤੇ ਚੱਲਦੇ ਰਹੀਏ, ਸਾਡੇ ਇਸ ਰਾਹ ਤੋਂ ਪੈਰ ਥੜਕ ਨਾ ਜਾਣ, ਅਸੀਂ ਇਸ ਰਾਹ ਨੂੰ ਛੱਡ ਕੇ ਕੁਰਾਏ ਨਾ ਕਿਤੇ ਪੈ ਜਾਈਏ। ਗੁਰੂ ਜੀ ਨੇ ਆਖਿਆ, ਆਨ ਮਾਰਗ ਜੇਤਾ ਕਿਛ ਤਾਈਐ। ਆਨ ਮਾਰਗ ਯਾਨੀ ਦੂਜੇ ਰਸਤੇ ਜਿੰਨੇ ਵੀ ਨੇ, ਤੇਤੋ ਹੀ ਦੁੱਖ ਹਾਵਾ। ਜਿਹੜੇ ਲੋਕ ਦੂਜਿਆਂ ਰਸਤਿਆਂ ਤੇ ਪਏ ਹੋਏ ਨੇ, ਇੱਕ ਵਾਹਿਗੁਰੂ ਜੀ ਦੇ ਮਾਰਗ ਨੂੰ ਛੱਡ ਕੇ ਬਸ ਉਹਨਾਂ ਦੇ ਕੋਲ ਦੁੱਖ ਤੇ ਹਉਕੇ ਹੀ ਬਾਕੀ ਬਚਦੇ ਨੇ, ਹੋਰ ਕੁਝ ਨਹੀਂ ਬਚਦਾ। ਦੂਜਿਆਂ ਮਾਰਗਾਂ ਤੇ ਚੱਲਣ ਵਾਲੇ ਲੋਕ ਦੁਖੀ ਹੁੰਦੇ ਨੇ ਤੇ ਹਉਕੇ ਭਰਦੇ ਰਹਿੰਦੇ ਨੇ। ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਉੱਤੇ ਕਿੱਡਾ ਵੱਡਾ ਉਪਕਾਰ ਕਰਦੇ ਨੇ, ਸਾਨੂੰ ਇਹ ਗੱਲ ਸਮਝਾਉਂਦੇ ਨੇ ਵੀ ਭਾਈ, ਜੇ ਕੋਈ ਸੋਹਣਾ ਰਸਤਾ ਹੈ ਜ਼ਿੰਦਗੀ ਦੇ, ਇਸ ਪੰਧ ਨੂੰ ਪੂਰਿਆਂ ਕਰਨ ਵਾਲਾ, ਜ਼ਿੰਦਗੀ ਜਿਉਂਦਿਆਂ ਕਿਸੇ ਮਾਰਗ ਤੇ ਚੱਲਣਾ ਹੈ, ਉਹ ਮਾਰਗ ਹੈ ਗੋਬਿੰਦ ਦਾ ਮਾਰਗ। ਚਰਨ ਚੱਲੋ ਮਾਰਗ ਗੋਬਿੰਦ। ਸੋ ਆਪਾਂ ਹਮੇਸ਼ਾ ਜੀ ਉਸ ਰਾਹ ਤੇ ਤੁਰਨਾ। ਗੁਰੂ ਸਾਹਿਬ ਨੇ ਇਸ ਦੂਸਰੇ ਬੰਦ ਦੇ ਅਖੀਰ ਵਿੱਚ ਆਖਿਆ, ਕਰ ਹਰ ਕਰਮ ਸ਼ਰਵਨ ਹਰ ਕਥਾ। ਹੱਥਾਂ ਨਾਲ ਕੰਮ ਕਰਨੇ ਨੇ ਤੇ ਉਹ ਕਰਮ ਵੀ ਚੰਗੇ ਕਰਨੇ ਨੇ, ਜਿਨ੍ਹਾਂ ਦੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ। ਧਰਮ ਦੀ ਕਿਰਤ ਕਰਨਾ, ਵਾਹਿਗੁਰੂ ਦੇ ਮਾਰਗ ਤੇ ਚੱਲਣਾ ਜੀ ਅਸਲ ਵਿੱਚ ਸੱਚਾ ਕਰਮ ਤੇ ਉਹ ਹੀ ਏ। ਸ਼ਰਵਨ ਹਰ ਕਥਾ, ਕੰਨਾਂ ਨਾਲ ਵਾਹਿਗੁਰੂ ਜੀ ਦੀ ਉਸਤਤ ਸੁਣਨੀ। ਕਥਾ ਦਾ ਮਤਲਬ ਉਸਤਤ ਹੈ। ਇਹੋ ਹੀ ਚੰਗਾ ਕਰਮ ਹੈ ਜਿਹੜਾ ਆਪਾਂ ਕਰਨਾ ਹੈ। ਹਰ ਦਰਗਾਹ ਨਾਨਕ ਉਜਲ ਮੱਥਾ। ਇਸ ਤਰ੍ਹਾਂ ਕਰਨ ਨਾਲ ਕੀ ਹੋਏਗਾ? ਗੁਰੂ ਸਾਹਿਬ ਆਖਦੇ ਨੇ, ਦਰਗਾਹ ਦੇ ਵਿੱਚ ਤੇਰਾ ਮੱਥਾ ਉਜਲ ਹੋ ਜਾਏਗਾ।
ਤੂੰ ਬੇਦਾਗ ਹੋ ਕੇ ਵਾਹਿਗੁਰੂ ਜੀ ਦੇ ਦਰ 'ਤੇ ਪ੍ਰਵਾਨ ਹੋ ਜਾਏਗਾ, ਜਿਹਨੂੰ ਗੁਰੂ ਸਾਹਿਬ ਨੇ ਆਖਿਆ ਸੀ, ਨਾਨਕ ਤੇ ਮੁਖ ਉਜਲੇ ਹੋ ਜਾਣਗੇ। ਸੋ ਜੀ ਅੱਜ ਦੀ ਵਿਚਾਰ ਕੁਝ ਗੁਰੂ ਮਹਾਰਾਜ ਨੇ ਸਾਨੂੰ ਆਹ ਜਿਹੜੇ ਪੁਆਇੰਟ ਨੇ ਇਹਨਾਂ ਵੱਲ ਤੁਸੀਂ ਜ਼ਰੂਰ ਧਿਆਨ ਦੇਣਾ। ਪਹਿਲਾਂ ਸ਼ੁਰੂ 'ਚ ਆਖਿਆ ਸੀ ਕਿ ਤੁਸੀਂ ਵਾਹਿਗੁਰੂ ਜੀ ਦਾ ਓਟ ਆਸਰਾ ਲਵੋ, ਮਨੁੱਖ ਦੀ ਜਿਹੜੀ ਓਟ ਟੇਕ ਜਿਹੜੀ ਉਹਦਾ ਤਿਆਗ ਕਰ ਦਿਓ। ਫਿਰ ਦੂਜੇ ਬੰਦ ਵਿੱਚ ਆਖਿਆ ਕਿ ਮਨ ਹੀ ਮਨ ਨਿਰਾਕਾਰ ਵਾਹਿਗੁਰੂ ਦੀ ਉਸਤਤ ਕਰਦੇ ਰਿਹਾ ਕਰੋ। ਆਪਣੀ ਰਸਨਾ ਦੇ ਨਾਲ, ਜੀਭ ਦੇ ਨਾਲ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਪੀਂਦੇ ਰਿਹਾ ਕਰੋ, ਭਾਵ ਜਪਦੇ ਰਿਹਾ ਕਰੋ। ਆਪਣੀਆਂ ਇਹਨਾਂ ਅੱਖਾਂ ਨਾਲ ਇਸ ਕੁਦਰਤ ਦੇ ਵਿੱਚ ਜਿਹੜਾ ਠਾਕੁਰ ਦਾ ਇਹ ਸਮੁੱਚਾ ਰੰਗ ਹੈ, ਇਸ ਨੂੰ ਪਿਆਰ ਨਾਲ ਵੇਖਿਆ ਕਰੋ, ਕਿਸੇ ਨੂੰ ਨਫ਼ਰਤ ਨਾਲ ਨਾ ਵੇਖਿਆ ਕਰੋ। ਆਪਣੇ ਪੈਰਾਂ ਦੁਆਰਾ ਵਾਹਿਗੁਰੂ ਜੀ ਦੇ ਮਾਰਗ ਤੇ ਚੱਲੋ, ਕਰ ਹਰ ਕਰਮ ਹੱਥਾਂ ਦੇ ਨਾਲ ਚੰਗੇ ਕਰਮ ਕਮਾਓ, ਕੰਨਾਂ ਦੇ ਨਾਲ ਵਾਹਿਗੁਰੂ ਜੀ ਦੀ ਉਸਤਤ ਸੁਣਿਆ ਕਰੋ। ਦੇਖੋ, ਇਹ ਸਾਡੇ ਨਾ ਸਰੀਰ ਦੇ ਅੰਗ ਨੇ ਜਿਨ੍ਹਾਂ ਨੂੰ ਸੰਬੋਧਨ ਹੋ ਕੇ ਗੁਰੂ ਮਹਾਰਾਜ ਨੇ ਆਖਿਆ ਵੀ ਮਨ ਨਾਲ ਆਹ ਕਰਮ ਕਰੋ, ਰਸਨਾ ਨਾਲ ਆਹ ਕਰੋ, ਅੱਖਾਂ ਨਾਲ ਇਸ ਤਰ੍ਹਾਂ ਕਰਿਆ ਕਰੋ, ਪੈਰਾਂ ਨਾਲ ਇਸ ਰਾਹ 'ਤੇ ਤੁਰੋ, ਹੱਥਾਂ ਨਾਲ ਇਹੋ ਜਿਹੇ ਕਰਮ ਕਮਾਓ, ਕੰਨਾਂ ਨਾਲ ਆਹ ਚੀਜ਼ਾਂ ਸੁਣੋ, ਨਿੰਦਿਆ ਚੁਗਲੀ ਸੁਣਨੀ ਛੱਡ ਦਿਓ। ਇਸ ਤਰ੍ਹਾਂ ਸਭ ਕੁਝ ਕਰਨ ਨਾਲ ਕੀ ਹੋ ਜਾਏਗਾ? ਦਰਗਾਹ ਵਿੱਚ ਤੁਹਾਡਾ ਮੱਥਾ, ਤੁਹਾਡਾ ਮੁੱਖ ਉਜਲਾ ਹੋ ਜਾਏਗਾ। ਤੁਸੀਂ ਵਾਹਿਗੁਰੂ ਜੀ ਦੇ ਦਰ 'ਤੇ ਹਮੇਸ਼ਾ ਲਈ ਪ੍ਰਵਾਨ ਹੋ ਜਾਓਗੇ। ਸੋ ਆਪਾਂ ਇਸ ਅਸ਼ਟਪਦੀ ਦੇ 2 ਬੰਦ ਅੱਜ ਸਮਝੇ ਨੇ ਤੇ ਇੱਕ ਸ਼ਲੋਕ ਸਮਝਿਆ ਹੈ, ਜਿਹਦੇ ਵਿੱਚ ਸਾਨੂੰ ਗੁਰੂ ਜੀ ਨੇ ਆਖਿਆ, ਧਰ ਜੀ ਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਭਾਈ ਨਾਮ ਦਾ ਸਿਮਰਨ ਕਰਿਆ ਕਰੋ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਜੀਵਨ ਵਾਲਾ ਜਿਹੜਾ ਕਾਰਜ ਹੈ ਇਹ ਰਾਸ ਹੋ ਜਾਏਗਾ, ਭਾਵ ਜ਼ਿੰਦਗੀ ਸਫਲ ਹੋ ਜਾਏਗੀ। ਜੇ ਤੁਸੀਂ ਇੱਕ ਵਾਹਿਗੁਰੂ ਦਾ ਆਸਰਾ ਤੱਕੋ ਆਪਣੀ ਜ਼ਿੰਦਗੀ ਵਿੱਚ, ਉਹਦੇ ਨਾਮ ਦਾ ਹਮੇਸ਼ਾ ਜਪ ਕਰੋ, ਤੇ ਆ ਜਿਹੜੇ ਸਾਡੇ ਸਾਰੇ ਅੰਗਾਂ ਨੂੰ ਸੰਬੋਧਨ ਕਰਦੇ ਆ ਗੁਰੂ ਮਹਾਰਾਜ ਨੇ ਸਾਨੂੰ ਸਿੱਖਿਆਵਾਂ ਬਖਸ਼ੀਆਂ ਨੇ, ਆਪਾਂ ਉਹਨਾਂ ਨੂੰ ਆਪਣੇ ਜੀਵਨ ਵਿੱਚ ਜ਼ਰੂਰ ਅਪਣਾਈਏ। ਇੰਨੇ ਕੁ ਸ਼ਬਦ ਤੁਸੀਂ ਅੱਜ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਮੇਰੇ ਪਾਸੋਂ ਗੁਰਬਾਣੀ ਦੀ ਵਿਚਾਰ ਕਰਦਿਆਂ ਜਿਹੜੀਆਂ ਭੁੱਲਾਂ ਹੋਈਆਂ ਨੇ ਉਹਨਾਂ ਨੂੰ ਤੁਸੀਂ ਵੀ ਖਿਮਾ ਕਰਨਾ, ਤੇ ਗੁਰੂ ਮਹਾਰਾਜ ਤੋਂ ਵੀ ਮੈਂ ਹਮੇਸ਼ਾ ਮਾਫੀ ਮੰਗਦਾ ਹਾਂ ਕਿ ਗੁਰਬਾਣੀ ਪੜ੍ਹਦਿਆਂ ਵਿਚਾਰਦਿਆਂ ਭੁੱਲਾਂ ਹੁੰਦੀਆਂ ਹੀ ਨੇ। ਵਾਹਿਗੁਰੂ ਜੀ ਖਿਮਾ ਬਖਸ਼ਿਸ਼ ਕਰਨ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।